ਮਨੁੱਖਾ ਜੀਵਨ ਇੱਕ ਸੂਝਵਾਨ ਜੂਨ ਮੰਨੀ ਗਈ ਹੈ। ਇਸ ਨੇ ਆਪਣੇ ਸੁੱਖ ਦੇ ਲਈ ਹਰ ਪ੍ਰਕਾਰ ਦੀ ਸੁਵਿਧਾ, ਹਰ ਪ੍ਰਕਾਰ ਦਾ ਸਾਧਨ ਹੈ ਜਿਹੜਾ ਉਹਨੂੰ ਆਪਣੀ ਤੀਵਰ ਬੁੱਧੀ ਦੇ ਨਾਲ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸਮੇਂ ਦੇ ਵਿੱਚ ਵਿਚਰਦਿਆਂ ਹੋਇਆਂ ਸਮੇਂ ਦੀ ਵੰਡ ਜਿਹੜੀ ਹੈ ਇਹ ਵੀ ਮਨੁੱਖ ਦੁਆਰਾ ਕੀਤੀ ਗਈ ਹੈ। ਜਿਸ ਕੰਮ ਦੇ ਲਈ ਸਾਨੂੰ ਥੋੜ੍ਹਾ ਸਮਾਂ ਲੱਗਦਾ ਹੋਵੇ ਉਸ ਦੇ ਲਈ ਅਸੀਂ ਕਹਿ ਦਿੰਦੇ ਹਾਂ ਇੱਕ ਪਹਿਰ ਦਾ ਕੰਮ ਹੈ। ਜ਼ਿਆਦਾ ਸਮਾਂ ਲੱਗਦਾ ਹੈ ਫਿਰ ਇੱਕ ਦਿਨ ਦਾ ਕੰਮ ਹੈ। ਉਸ ਤੋਂ ਜ਼ਿਆਦਾ ਸਮਾਂ ਲੱਗੇ ਤੇ ਫਿਰ ਅਸੀਂ ਕਹਿ ਦਿੰਦੇ ਹਾਂ ਹਫ਼ਤਾ ਲੱਗ ਜਾਵੇਗਾ ਇਸ ਕਾਰਜ ਵਿੱਚ। ਫਿਰ ਮਹੀਨਾ ਜਿਹੜਾ ਹੈ ਇਹ ਹੋਂਦ ਦੇ ਵਿੱਚ ਆਇਆ। ਫਿਰ 12 ਮਹੀਨਿਆਂ ਦਾ ਇੱਕ ਸਾਲ ਹੈ। ਸਾਲਾਂ ਤੋਂ ਅੱਗੇ ਫਿਰ ਸਦੀਆਂ ਬਣੀਆਂ। ਸਦੀਆਂ ਤੋਂ ਅੱਗੇ ਫਿਰ ਸਮਾਂ ਵੱਧਦਾ ਵੱਧਦਾ ਇਸ ਤਰ੍ਹਾਂ ਇਹ ਯੁੱਗ ਬਣ ਗਏ। ਇਹ ਸੰਕਰਾਂਤ ਹੈ ਜਿਹੜੀ ਇਹਦਾ ਇੱਕ ਖਾਸ ਮਹੱਤਵ ਇਹ ਕਿ ਸੂਰਜ ਦੀਆਂ 12 ਰਾਸ਼ੀਆਂ ਮੰਨੀਆਂ ਗਈਆਂ ਨੇ। ਆਪਾਂ ਪੰਜਾਬੀ ਦੇ ਵਿੱਚ ਸੰਗਰਾਂਦ ਆਖ ਦਿੰਦੇ ਹਾਂ। ਸੰਸਕ੍ਰਿਤੀ ਦਾ ਸ਼ਬਦ ਹੈ ਸੰਕਰਾਂਤ, ਜਿਸ ਦਾ ਅਰਥ ਹੁੰਦਾ ਹੈ ਇੱਕ ਉਕਰਿਆ ਹੋਇਆ ਰਸਤਾ, ਇੱਕ ਲਾਈਨ, ਇੱਕ ਪੱਗ ਡੰਡੀ ਜਿੱਥੋਂ ਗੁਜ਼ਰਿਆ ਜਾਵੇ। ਤੇ ਆਪ ਜਰਾ ਗੌਰ ਦੇ ਨਾਲ ਥੋੜ੍ਹਾ ਵੇਖੋਗੇ ਆਪ ਜੀ ਨੂੰ ਇਸ ਗੱਲ ਦੀ ਬੜੀ ਸੋਝੀ ਆਏਗੀ। ਸੂਰਜ ਜਿਹੜਾ ਇਹ 6 ਮਹੀਨੇ ਦਖਰੈਣ ਵਿੱਚ ਚੱਲਦਾ ਹੈ ਤੇ 6 ਮਹੀਨੇ ਉਤਰੈਣ ਦੇ ਵਿੱਚ ਚੱਲਦਾ ਹੈ। ਹੁਣ ਦਖਰੈਣ ਤੇ ਉਤਰੈਣ ਦੇ ਵਿੱਚ ਵੀ ਇਹ ਜੋ 6 ਮਹੀਨੇ ਚੱਲਦਾ ਹੈ ਇਹਦੀਆਂ 6 ਪੱਗ ਡੰਡੀਆਂ ਅੱਗੇ ਹੋਰ ਵੰਡੀਆਂ ਹੋਈਆਂ ਨੇ। ਮੈਂ ਆਮ ਜੀ ਬੋਲੀ ਦੇ ਵਿੱਚ ਦੱਸ ਦਿਆਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਅਸੀਂ ਵੇਖਦੇ ਹਾਂ ਸੂਰਜ ਗਰਮੀਆਂ ਦੇ ਦਿਨਾਂ ਦੇ ਵਿੱਚੋਂ ਜਦੋਂ ਆਕਾਸ਼ 'ਚੋਂ ਨਿਕਲਦਾ ਹੈ ਉਦੋਂ ਇੱਧਰਲੀ ਸਾਈਡ ਤੋਂ ਨਿਕਲਦਾ ਹੈ ਤੇ ਇੱਧਰੋਂ ਘੁੰਮਦਾ ਹੋਇਆ ਇੱਧਰ ਹੀ ਫਿਰ ਆਣ ਕੇ ਛਿਪ ਜਾਂਦਾ ਹੈ, ਜਿਸ ਦੇ ਲਈ ਇਹਦਾ ਸਫ਼ਰ ਹੈ ਜਿਹੜਾ ਲੰਮਾ ਹੋ ਜਾਂਦਾ ਹੈ। ਦਿਨੇ ਇਹਦੀ ਅਵਧੀ ਸਮਾਂ ਜਿਹੜਾ ਉਹ ਵੱਧ ਜਾਂਦਾ ਹੈ ਤੇ ਸਿਆਲ ਦੇ ਦਿਨਾਂ ਦੇ ਵਿੱਚ ਇੱਥੋਂ ਜੇ ਨਿਕਲ ਜਾਂਦਾ ਤੇ ਇੱਥੇ ਜੇ ਜਾ ਕੇ ਛਿਪ ਜਾਂਦਾ ਹੈ। ਦਿਨ ਨੇ ਜਿਹੜੇ ਇਹ ਛੋਟੇ ਹੋ ਜਾਂਦੇ ਨੇ, ਇਹਦਾ ਸਫ਼ਰ ਜਿਹੜਾ ਇਹਦੀ ਲੰਬਾਈ ਘੱਟ ਜਾਂਦੀ ਹੈ। ਬਸ ਇਸੇ ਦਾ ਨਾਮ ਹੀ ਸੰਕਰਾਂਤ। ਇਹ 12 ਨੇ, 12 ਰਸਤਿਆਂ 'ਤੇ ਤੁਰਦਾ ਹੈ। ਇਸ ਤਰ੍ਹਾਂ ਸਮਝ ਲਓ ਆਪਣੀ ਬੋਲੀ ਦੇ ਵਿੱਚ। ਇਸ ਤਰ੍ਹਾਂ ਫਿਰ 12 ਰਾਸ਼ੀਆਂ ਬਣ ਗਈਆਂ। ਉਹ 12 ਰਾਸ਼ੀਆਂ ਨੇ ਜਿਹੜੀਆਂ ਅਸੀਂ ਆਪਣੇ ਸੁੱਖ ਦੇ ਲਈ ਉਹਨਾਂ ਨੂੰ 12 ਮਹੀਨਿਆਂ ਦੇ ਵਿੱਚ ਵੰਡ ਦਿੱਤਾ। ਤੇ ਮਹੀਨਿਆਂ ਦੇ ਨਾਮ ਨੇ ਜਿਹੜੇ 6 ਰੁੱਤਾਂ ਨੇ। ਇੱਕ ਰੁੱਤ ਦੇ ਵਿੱਚ 2 ਮਹੀਨੇ ਆਉਂਦੇ ਨੇ। ਉਹ ਰੁੱਤ ਦੇ ਅਨੁਸਾਰ ਜਿਵੇਂ ਦੀ ਰੁੱਤ ਹੁੰਦੀ ਹੈ ਉਸੇ ਤਰ੍ਹਾਂ ਦਾ ਉਸ ਮਹੀਨੇ ਦਾ ਨਾਮ ਹੈ ਜਿਹੜਾ ਉਹ ਅਸੀਂ ਰੱਖਣਾ ਕੀਤਾ। ਜਿਵੇਂ ਵੇਖੋ ਸਾਵਣ, ਸੱਸਾ ਅੱਡ ਕਰ ਦਿਓ ਤੇ ਵਾਹ ਵਾਹ ਤੇ ਨਾਣਾ ਨਾਣੀ ਨੂੰ ਸਿਹਾਰੀ ਜਿੱਥੇ ਹੋਵੇ ਨਾ ਵਣ। ਇਸ ਦਾ ਅਰਥ ਬਣਦਾ ਰੁੱਖ। ਵਣ ਹਿੰਦੀ 'ਚ ਕਹਿ ਦਿੰਦੇ ਨੇ। ਇਹਦਾ ਅਰਥ ਬਣਦਾ ਜੰਗਲ, ਰੁੱਖ, ਬਨਸਪਤੀ। ਤੇ ਸੱਸੇ ਨੂੰ ਕਰਨਾ ਲੱਗਿਆ ਸਾਵਣ, ਸ੍ਰੇਸ਼ਟਤਾਈ ਵਾਲੀ ਵਨਸਪਤੀ, ਕਿਉਂਕਿ ਇਸ ਮਹੀਨੇ ਦੇ ਵਿੱਚ ਇਹ ਵਰਸ਼ਾ ਰਿਤੂ ਦੇ ਨਾਲ ਸੰਬੰਧ ਹੈ। ਵਰਸ਼ਾ ਰਿਤੂ ਦਾ ਇਹ ਮਹੀਨਾ ਹੈ ਤੇ ਇਸ ਮਹੀਨੇ ਦੇ ਵਿੱਚ ਬਾਰਿਸ਼ ਬੜੀ ਹੁੰਦੀ ਹੈ। ਤਕਰੀਬਨ ਹੀ ਜਿਹੜੀ ਵਨਸਪਤੀ ਹੈ ਉਹ ਬੜੀ ਫਲਦੀ ਤੇ ਫੁੱਲਦੀ ਹੈ। ਅੱਗੇ ਸ਼ਬਦ ਆਇਆ ਸਰਸੀ, ਸ੍ਰੇਸ਼ਟ ਰਸ ਦੇ ਨਾਲ, ਭਾਵ ਨਵੀਆਂ ਟਾਹਣੀਆਂ, ਨਵੇਂ ਫਲ ਬੂਟੇ, ਨਵੀਂ ਸੁਗੰਧੀ, ਇੱਕ ਨਵਾਂਪਣ ਜਿਹਾ ਜਿਹੜਾ ਹੈ ਵਰਸ਼ਾ ਹੋਣ ਦੇ ਨਾਲ ਸਾਰੀ ਵਨਸਪਤੀ 'ਤੇ ਆ ਜਾਂਦਾ ਹੈ। ਤੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਸ ਮਹੀਨੇ ਨੂੰ ਸਿਧਾਂਤ ਬਣਾ ਕੇ ਤੇ ਸਾਨੂੰ ਪ੍ਰਾਕਿਰਤਿਕ ਦੇ ਨਾਲ ਜੋੜਿਆ ਹੈ। ਮੈਂ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ।
ਵਿਦਵਾਨ ਦੇ ਵਿੱਚ ਤੇ ਆਮ ਮਨੁੱਖ ਦੇ ਵਿੱਚ ਬਸ ਇਹੀ ਫਰਕ ਹੁੰਦਾ ਹੈ। ਜਿਹੜਾ ਆਮ ਮਨੁੱਖ ਹੁੰਦਾ ਹੈ ਨਾ, ਉਹ ਕਿਤਾਬਾਂ ਦੇ ਵਿੱਚੋਂ ਕੁਦਰਤ ਨੂੰ ਲੱਭਦਾ ਹੈ, ਕਿਤਾਬਾਂ ਦੇ ਵਿੱਚੋਂ ਪ੍ਰਾਕਿਰਤਿਕ ਨੂੰ ਲੱਭਦਾ ਹੈ। ਤੇ ਜਿਹੜਾ ਵਿਦਵਾਨ ਹੁੰਦਾ ਹੈ ਉਹ ਕਿਤਾਬਾਂ 'ਚੋਂ ਪ੍ਰਾਕਿਰਤਿਕ ਨਹੀਂ ਲੱਭਦਾ, ਉਹ ਪ੍ਰਾਕਿਰਤਿਕ ਦੇ ਵਿੱਚੋਂ, ਕੁਦਰਤ ਦੇ ਵਿੱਚੋਂ ਕਿਤਾਬਾਂ ਦੀ ਉਸਾਰੀ ਕਰਦਾ ਹੈ। ਮੇਰੇ ਖਿਆਲ ਗੱਲ ਪਕੜ 'ਚ ਨਹੀਂ ਆਈ ਜਾਂ ਮੈਨੂੰ ਕਹਿਣੀ ਨਹੀਂ ਆਈ। ਜਿਹੜਾ ਆਮ ਮਨੁੱਖ ਹੁੰਦਾ ਹੈ ਉਹ ਕਿਤਾਬਾਂ ਦੇ ਵਿੱਚੋਂ ਕੁਦਰਤ ਨੂੰ ਲੱਭਦਾ ਹੈ, ਕਿਤਾਬਾਂ ਦੇ ਵਿੱਚੋਂ ਕੁਦਰਤ ਲੱਭਦਾ ਹੈ। ਜਿਹੜਾ ਵਿਦਵਾਨ ਹੁੰਦਾ ਹੈ ਉਹ ਕੁਦਰਤ ਦੇ ਵਿੱਚੋਂ ਕਿਤਾਬਾਂ ਦੀ ਉਸਾਰੀ ਕਰਦਾ ਹੈ। ਉਹ ਜਦੋਂ ਕੁਦਰਤ ਦੇ ਨਜ਼ਾਰੇ ਵੇਖਦਾ ਹੈ ਤੇ ਫਿਰ ਨਵੀਆਂ ਕਵਿਤਾ ਰਚਦਾ ਹੈ, ਨਵੇਂ ਪ੍ਰਸੰਗ ਰਚਦਾ, ਜਿਹਦੇ ਨਾਲ ਕੁਦਰਤ ਦੇ ਵਿੱਚੋਂ ਕਿਤਾਬਾਂ ਦੀ ਉਸਾਰੀ ਹੁੰਦੀ ਹੈ। ਤੇ ਅਸੀਂ ਜਿਹੜੇ ਆਮ ਮਨੁੱਖ ਹੁੰਦੇ ਹਾਂ, ਫਿਰ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਫਿਰ ਸਾਨੂੰ ਕੁਦਰਤ ਦੀ ਸਮਝ ਆਉਂਦੀ। ਇੰਨੇ ਪਛੜੇ ਹੋਏ ਹਾਂ ਅਸੀਂ ਆਮ ਲੋਕ ਆ ਜਿਹੜੇ, ਇਤਨੇ ਵਿਦਵਾਨ ਦੇ ਨਾਲੋਂ ਅਸੀਂ ਪਿੱਛੇ ਹੁੰਦੇ ਹਾਂ। ਧੰਨ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨ ਦੀ ਅਵਸਥਾ ਬਾਰੇ ਜਗਤ ਗੁਰੂ ਨੇ, ਤੇ ਇਹਨਾਂ ਨੇ ਕੁਦਰਤ ਦੇ ਵਿੱਚੋਂ, ਪ੍ਰਾਕਿਰਤਿਕ ਦੇ ਵਿੱਚੋਂ ਇਹ ਲਫਾਸ ਲਏ ਨੇ। ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ। ਜਿਵੇਂ ਸਾਉਣ ਦਾ ਮਹੀਨਾ ਸ੍ਰੇਸ਼ਟ ਰਸ ਹੈ ਜਿਹੜਾ ਉਹ ਸਾਰੀ ਵਨਸਪਤੀ ਦੇ ਵਿੱਚ ਭਰ ਦਿੰਦਾ ਹੈ, ਤੇ ਸਾਰੀ ਵਨਸਪਤੀ ਦੇ ਵਿੱਚ ਇੱਕ ਉਮੰਗ ਆ ਜਾਂਦੀ ਹੈ। ਇਸੇ ਤਰ੍ਹਾਂ ਕਾਮਣੀ, ਕਾਮਣੀ ਆਖਿਆ ਜਾਂਦਾ ਜਗਿਆਸੂ ਨੂੰ, ਕਾਮਣੀ ਜਗਿਆਸੂ ਨੂੰ ਗੁਰਬਾਣੀ ਦੇ ਅੰਦਰ ਆਖਿਆ। ਤੇ ਸੁਹਾਗਣ ਆਖਿਆ ਜਿਹਨੂੰ ਪ੍ਰਾਪਤੀ ਹੋ ਗਈ ਹੈ, ਜਿਹਦੇ ਮਨ ਦੇ ਵਿੱਚ ਜਗਿਆਸਾ ਹੈ ਕਿ ਮੈਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਉਸ ਨੂੰ ਗੁਰਬਾਣੀ ਦੇ ਅੰਦਰ ਕਾਮਣੀ ਆਖਿਆ। ਵੈਸੇ ਕਾਮਣੀ ਦਾ ਅਰਥ ਔਰਤ ਹੁੰਦਾ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਾਮਣੀ ਚਰਨ ਕਮਲ ਸੋ ਪਿਆਰ। ਜਿਵੇਂ ਸਾਉਣ ਦਾ ਮਹੀਨਾ ਜਿਹੜਾ ਹੈ ਸ੍ਰੇਸ਼ਟ ਰਸ ਦੇ ਨਾਲ ਸਾਰੀ ਵਨਸਪਤੀ ਨੂੰ ਭਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਜਗਿਆਸੂ ਹੁੰਦਾ ਹੈ ਉਸ ਦੇ ਅੰਦਰ ਵੀ ਸੱਚੇ ਸਤਿਗੁਰ ਦੇ ਚਰਨਾਂ ਕਮਲਾਂ ਦਾ ਜਿਹੜਾ ਪਿਆਰ ਹੈ ਨਾ, ਉਹ ਇਸੇ ਤਰ੍ਹਾਂ ਹੁੰਦਾ ਹੈ ਕਿ ਹੇ ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰ, ਮੈਨੂੰ ਵੀ ਅੰਦਰੋਂ ਤੂੰ ਸ੍ਰੇਸ਼ਟ ਰਸ ਦੇ ਨਾਲ ਭਰਨਾ ਕਰ। ਹੁਣ ਇਹ ਵੇਖੋ, ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕੁਦਰਤ ਦੇ ਵਿੱਚੋਂ ਇਹ ਲਫਾਸ ਲੈ ਕੇ ਤੇ ਉਸਾਰੀ ਕੀਤੀ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਸ ਦ੍ਰਿਸ਼ਟਾਂਤ ਦੇ ਨਾਲ ਸਾਨੂੰ ਸਮਝਾਉਣਾ ਕੀਤਾ। ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਸਾਵਣ ਮਹੀਨੇ ਦੇ ਬੜੇ ਸ਼ਬਦ ਆਉਂਦੇ ਨੇ, ਕੇਵਲ ਇੱਥੇ ਨਹੀਂ ਆਇਆ। ਸਾਵਣ ਦਾ ਅਰਥ ਤਾਂ ਹੀ ਮੈਂ ਪਹਿਲੋਂ ਦੱਸ ਦਿੱਤਾ ਸੀ, ਜਿਹਦੇ ਵਿੱਚ ਵਨਸਪਤੀ ਜਿਹੜੀ ਹੈ ਨਾ, ਉਹਦੇ ਤੇ ਇੱਕ ਨਵੀਂ ਬਹਾਰ ਆ ਜਾਵੇ, ਨਵਾਂ ਰਸ ਭਰਿਆ ਜਾਵੇ। ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਤੇਰੇ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੁਆਇਆ। ਇਸ ਸ਼ਬਦ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇਹ ਦੱਸਦੇ ਨੇ ਵੀ ਵੇਖੋ ਕੁਦਰਤ ਦਾ ਕਿਤਨਾ ਸੋਹਣਾ ਨਜ਼ਾਰਾ ਹੈ। ਜਦੋਂ ਮੀਂਹ ਪੈ ਜਾਂਦਾ ਹੈ ਸਾਉਣ ਦੇ ਮਹੀਨੇ ਦੇ ਵਿੱਚ, ਜਦੋਂ ਵਰਸ਼ਾ ਰੀਤੂ ਆ ਜਾਂਦੀ ਹੈ, ਮੀਂਹ ਪੈ ਜਾਂਦਾ ਹੈ, ਤੇ ਉਦੋਂ ਫਿਰ ਜ਼ਿਮੀਂਦਾਰ ਨੇ ਜਿਹੜੇ ਉਹ ਦਵਾ ਦਵ ਆਪੋ ਆਪਣੇ ਖੇਤਾਂ ਦੇ ਵਿੱਚ ਹਲ ਜੋਣਾ ਸ਼ੁਰੂ ਕਰ ਦਿੰਦੇ ਨੇ। ਇੱਥੇ ਹਲ ਜੋਣ ਤੋਂ ਮਤਲਬ ਇਹ ਬੀਜਾ ਬਜਾਈ ਜਿਹੜੀ ਇਹਨਾਂ ਇਹ ਸ਼ੁਰੂ ਕਰ ਦਿੰਦੇ ਨੇ। ਤੇ ਜਿਹੜਾ ਉੱਥੇ ਦਾਣਾ ਬੀਜਦੇ ਨੇ ਉਹ ਹਰਾ ਹੋ ਜਾਂਦਾ ਹੈ। ਦਾਣਾ ਜਦੋਂ ਹੋ ਜਾਂਦਾ ਤੇ ਫਿਰ ਦਾਣਿਆਂ ਦਾ ਬੜਾ ਵੱਡਾ ਬੋਝ ਲੱਗ ਜਾਂਦਾ ਹੈ। ਇਹ ਸਾਰਾ ਸ਼ਬਦ ਹੈ ਜਿਹੜਾ, ਇਹਦੇ ਵਿੱਚ ਇੱਕ ਕਿਸਾਨ ਦੀ ਦਸ਼ਾ ਦੱਸੀ ਹੈ ਗੁਰੂ ਮਹਾਰਾਜ ਜੀ ਨੇ। ਕਿਉਂਕਿ ਇੱਕ ਸਮਾਂ ਸੀ, ਜੇ ਅੱਜ ਤਬਦੀਲੀ ਹੋ ਗਈ ਹੈ ਤੇ ਕੀ ਹੋ ਗਿਆ, ਇੱਕ ਸਮਾਂ ਸੀ ਅਸੀਂ ਰੱਬ ਦੇ ਮੂੰਹ ਵੱਲ ਵੇਖਦੇ ਵੀ ਤੂੰ ਮੀਂਹ ਪਾ। ਪਰਮਾਤਮਾ ਜਦੋਂ ਮੀਂਹ ਪਾ ਦਿੰਦਾ ਤੇ ਫਿਰ ਅਸੀਂ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਜਿਹੜੇ ਦਾਣੇ ਸਨ ਉਹਨਾਂ ਨੂੰ ਖੇਤਾਂ ਵਿੱਚ ਖੰਡਾ ਦਿੰਦੇ, ਤੇ ਜਿਸ ਦੇ ਨਾਲ ਖੇਤਾਂ ਦੇ ਵਿੱਚ ਹਰਿਆਵਲ ਹੋ ਜਾਂਦੀ, ਖੇਤ ਹਰੇ ਭਰੇ ਹੋ ਜਾਂਦੇ, ਦਾਣਿਆਂ ਦੇ ਬੋਲ ਲੱਗ ਜਾਂਦੇ। ਹੁਣ ਇੱਥੇ ਗੁਰੂ ਮਹਾਰਾਜ ਜੀ ਇਹ ਦੱਸਦੇ ਨੇ ਇਸ ਪਾਵਨ ਸ਼ਬਦ ਦੇ ਅੰਦਰ, ਤੇਰੇ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੁਆਇਆ। ਇਹ ਸੱਚੇ ਸਤਿਗੁਰ ਜੀ, ਜਿਵੇਂ ਇੱਕ ਜ਼ਿਮੀਂਦਾਰ ਦੇ ਅੰਦਰ ਉਤਸ਼ਾਹ ਹੋ ਜਾਂਦਾ ਹੈ ਭਈ ਸਾਉਣ ਦਾ ਮਹੀਨਾ, ਮੀਂਹ ਪੈ ਗਿਆ ਤੇ ਮੈਂ ਹੁਣ ਦਾਣੇ ਖੰਡਾ ਦੇਵਾਂ ਤੇ ਫਿਰ ਇਹਨਾਂ ਦਾ ਮੈਂ ਬੋਲ ਲਾਵਾਂਗਾ, ਉਵੇਂ ਜਿਵੇਂ ਜਿਹੜਾ ਜਗਿਆਸੂ ਹੁੰਦਾ ਹੈ ਉਹਦੇ ਅੰਦਰ ਵੀ ਇਹ ਭਾਵਨਾ ਬਣ ਜਾਂਦੀ ਹੈ ਵੀ ਮੈਂ ਵੀ ਨਾਮ ਰੂਪੀ ਜਿਹੜੇ ਦਾਣੇ ਨੇ ਨਾ, ਇਹਨਾਂ ਨੂੰ ਖੰਡਾਣੇ ਸ਼ੁਰੂ ਕਰਦੇ ਹਾਂ, ਆਪਣੇ ਅੰਦਰ ਬੀਜਣੇ ਸ਼ੁਰੂ ਕਰਦੇ ਹਾਂ, ਜਿਸ ਕਰਕੇ ਮੇਰੇ ਅੰਦਰ ਵੀ ਨਾਮ ਦਾ ਬੋਲ ਲੱਗ ਜਾਵੇ।
ਹੋਰ ਵੀ ਗੁਰਬਾਣੀ ਦੇ ਅੰਦਰ ਬੜੇ ਸ਼ਬਦ ਆਉਂਦੇ ਨੇ। ਹੁਕਮੀ ਵਰਸਨ ਲਾਗੇ ਮੇਹਾ, ਜਦੋਂ ਉਹਦਾ ਹੁਕਮ ਹੁੰਦਾ ਹੈ ਉਦੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਅਤੇ ਫਿਰ ਉਹੀ ਗੁਰੂ ਮਹਾਰਾਜ ਜੀ ਉਸੇ ਦ੍ਰਿਸ਼ਟਾਂਤ ਦੇ ਨਾਲ ਅਸੀਂ ਖੁਸ਼ ਹੋ ਜਾਂਦੇ ਹਾਂ ਵੀ 4 ਮਣ ਦਾਣੇ ਹੋ ਜਾਣਗੇ। ਉਸ ਪਰਮਾਤਮਾ ਦੇ ਹੁਕਮ ਦੇ ਨਾਲ ਜਦੋਂ ਅਸੀਂ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਅਤੇ ਇਹ ਅਸੀਂ ਆਪਣੇ ਅੰਦਰ ਨਾਮ ਜਿਹੜਾ ਹੈ ਇਸ ਨੂੰ ਬੀਜਦੇ ਹਾਂ। ਇਸ ਦੇ ਨਾਲ ਫਿਰ ਕਮਾਈ ਹੁੰਦੀ ਹੈ, ਸਾਡੇ ਅੰਦਰ ਵੀ ਨਾਮ ਦਾ ਜਿਹੜਾ ਇਹ ਬੋਲ ਬਣ ਜਾਂਦਾ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਪਈ ਸਾਉਣ ਦਾ ਮਹੀਨਾ ਹੈ ਅਤੇ ਇਹ ਸ੍ਰੇਸ਼ਟ ਰਸ ਦੇਣ ਵਾਲਾ ਹੈ। ਸਾਰੇ ਪਾਸੇ ਇੱਕ ਨਵੀਂ ਹਰਿਆਵਲ ਜਿਹੜੀ ਉਹ ਜਨਮ ਲੈ ਲੈਂਦੀ ਹੈ। ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਉਹਦੇ ਅੰਦਰ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਚਰਨਾਂ ਦੀ ਪਿਆਸ ਹੁੰਦੀ ਹੈ ਕਿ ਹੇ ਸੱਚੇ ਸਤਿਗੁਰ ਕਿਰਪਾ ਕਰ, ਤੇਰੇ ਨਾਮ ਦੀ ਦਾਤ ਬਖਸ਼, ਜਿਸ ਕਰਕੇ ਸਾਡੇ ਅੰਦਰ ਵੀ ਸ੍ਰੇਸ਼ਟ ਰਸ ਜਿਹੜਾ ਇਹ ਵੱਜ ਜਾਵੇ ਜੀ। ਮਨ ਤਨ ਰਤਾ ਸੱਚ ਰੰਗ, ਏਕੋ ਨਾਮ ਆਧਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਮਨ ਤੇ ਤਨ ਰਤਾ ਦਾ ਅਰਥ ਹੁੰਦਾ ਰੰਗਿਆ ਜਾਣਾ। ਸੱਚ ਰੰਗ, ਉਸ ਪ੍ਰਭੂ ਪਰਮਾਤਮਾ ਦੇ ਸੱਚੇ ਪ੍ਰੇਮ ਵਾਲੇ ਰੰਗ ਦੇ ਵਿੱਚ ਮਨ ਦਾ ਜਿਹੜਾ ਨਾ ਇਹ ਰੰਗਿਆ ਜਾਣਾ। ਇੱਕੋ ਨਾਮ ਆਧਾਰ, ਤੇ ਇੱਕ ਨਾਮ ਦਾ ਜਿਹੜਾ ਨਾ ਇਹ ਆਸਰਾ, ਇਹਦੇ ਨਾਲ ਹੀ ਮਨ ਤੇ ਤਨ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਜਿੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਵਣ ਮਹੀਨੇ ਦੀ ਵਡਿਆਈ ਕਰਦਿਆਂ ਹੋਇਆਂ ਜਗਿਆਸੂ ਦੇ ਅੰਦਰ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ, ਉੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਮਨਮੁਖ ਹੈ ਜਿਹੜਾ ਉਹਦਾ ਵੀ ਸਾਉਣ ਦੇ ਮਹੀਨੇ ਦੇ ਨਾਲ, ਵਰਸ਼ਾ ਦੇ ਨਾਲ ਦ੍ਰਿਸ਼ਟਾਂਤ ਦਿੱਤਾ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਖਾਲੀ ਚੱਲੇ ਧਨੀ, ਖਾਲੀ ਚੱਲੇ ਧਨੀ ਵਿਹੋਣੇ, ਜਿਵੇਂ ਨਾ ਟਿੱਬਾ ਹੁੰਦਾ, ਟਿੱਬੇ 'ਤੇ ਕਿੰਨਾ ਵੀ ਮੀਂਹ ਪੈ ਜਾਵੇ, ਕਿੰਨੀ ਵੀ ਵਰਸ਼ਾ ਹੋ ਜਾਵੇ, ਤੇ ਟਿੱਬੇ ਜਿਹੜੇ ਸਨ ਉਹ ਸਖਣੇ ਦੇ ਸਖਣੇ ਰਹਿੰਦੇ ਹੁੰਦੇ ਸਨ। ਖਾਲੀ ਚੱਲੇ ਧਨੀ ਵਿਹੂਣੇ, ਜਿਹੜੇ ਨਾਮ ਤੋਂ ਸਖਣੇ ਨੇ, ਜਿਨ੍ਹਾਂ ਦੇ ਉੱਤੇ ਨਾਮ ਦਾ ਅਸਰ ਨਹੀਂ ਹੁੰਦਾ, ਉਹ ਵੀ ਭਾਈ ਇਸ ਪਰਮਾਤਮਾ ਦੇ ਦਰ ਤੋਂ ਖਾਲੀ ਹੀ ਚਲੇ ਜਾਂਦੇ ਨੇ। ਇਸ ਧਰਤੀ ਤੋਂ ਉਹ ਵੀ ਖਾਲੀ ਚਲੇ ਜਾਂਦੇ ਨੇ। ਹੁਣ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਵਣ ਮਹੀਨੇ ਦਾ ਦ੍ਰਿਸ਼ਟਾਂਤ ਦਿੱਤਾ ਵੀ ਵੇਖੋ ਸਾਉਣ ਦੇ ਮਹੀਨੇ ਦੇ ਵਿੱਚ ਕਿੰਨਾ ਮੀਂਹ ਪੈਂਦਾ ਹੈ, ਪਰ ਜਦੋਂ ਟਿੱਬੇ ਦੇ ਉੱਤੇ ਵਰਸ਼ਾ ਹੁੰਦੀ ਹੈ, ਇੱਕ ਵਾਰੀ ਇਸ ਤਰ੍ਹਾਂ ਲੱਗਦਾ ਵੀ ਗਿੱਲਾ ਹੋ ਗਿਆ, ਅਸੀਂ ਦਾਣੇ ਵੀ ਸੱਟ ਦਿੰਦੇ ਹਾਂ, ਅਤੇ ਥੋੜ੍ਹੇ ਚਿਰ ਬਾਅਦ ਥੋੜ੍ਹੀ ਜਿਹੀ ਜਦੋਂ ਧੁੱਪ ਹੋਇਆ ਕਰਦੀ ਸੀ ਨਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਟਿੱਬੇ ਦੀ ਰੇਤ ਉੱਤੋਂ ਸੁੱਕ ਕੇ ਤੇ ਉੱਗੇ ਹੋਏ ਦਾਣੇ ਸਨ ਜਿਹੜੇ ਉਹਨਾਂ ਨੂੰ ਥੱਲੇ ਦੱਬ ਲੈਂਦੀ ਹੁੰਦੀ ਸੀ। ਸਿਆੜ ਬੰਦ ਹੋ ਜਾਂਦੇ ਸਨ ਤੇ ਉਹ ਟਿੱਬੇ ਨੇ ਜਿਹੜੇ ਖਾਲੀ ਦੇ ਖਾਲੀ, ਸਖਣੇ ਦੇ ਸਖਣੇ ਰਹਿ ਜਾਇਆ ਕਰਦੇ ਸਨ। ਇਸ ਦ੍ਰਿਸ਼ਟਾਂਤ ਦੇ ਨਾਲ ਗੁਰੂ ਮਹਾਰਾਜ ਜੀ ਨੇ ਇਹ ਵੀ ਸਾਨੂੰ ਦੱਸਿਆ ਵੀ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਜਿਵੇਂ ਸਤ ਸੰਗਤ ਦੇ ਵਿੱਚ ਆ ਗਏ, ਇੱਕ ਵਾਰੀ ਮਨ ਜਿਹੜਾ ਇਹਦੇ ਵਿੱਚ ਥੋੜ੍ਹੀ ਜਿਹੀ ਉਮੰਗ ਆਈ, ਮਨ ਗੁਰੂ ਚਰਨਾਂ ਦੇ ਨਾਲ ਜੁੜਨ ਲੱਗਾ, ਤੇ ਜਦੋਂ ਦਰਬਾਰ ਸਾਹਿਬ 'ਚੋਂ ਬਾਹਰ ਗਏ ਤੇ ਆਪਣੀ ਸੰਗਤ ਦੇ ਵਿੱਚ ਜਾ ਕੇ ਬਹਿ ਕੇ ਫਿਰ ਉਸ ਸੰਗਤ ਦੇ ਵਿੱਚ ਉਸੇ ਤਰ੍ਹਾਂ ਦੀਆਂ ਵਿਚਾਰਾਂ, ਉਸੇ ਤਰ੍ਹਾਂ ਦੀਆਂ ਗੱਲਾਂ, ਉਹ ਜਿਹੜਾ ਸਵੇਰੇ ਬੀਜਿਆ ਸੀ ਨਾ, ਦੁਪਹਿਰ ਤੱਕ ਉਹ ਸਿਆੜ ਨੇ ਜਿਹੜੇ ਉਹ ਬੰਦ ਕਰ ਦਿੱਤੇ, ਪੂਰ ਕਰ ਦਿੱਤੇ, ਤੇ ਉਹ ਵਿੱਚ ਦਾ ਵਿੱਚ ਹੀ ਸਾਰਾ ਕੁਝ ਰਹਿ ਗਿਆ। ਪਰ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਸਾਨੂੰ ਇਹ ਦੱਸਦੇ ਨੇ ਵੀ ਸਾਉਣ ਦਾ ਮਹੀਨਾ ਜਿਹੜਾ, ਜਿਵੇਂ ਇਸ ਮਹੀਨੇ ਦੇ ਵਿੱਚ ਵਰਸ਼ਾ ਰੀਤੂ ਦੇ ਹੋਣ ਦੇ ਨਾਲ ਸਾਰੇ ਪਾਸੇ ਹਰਿਆਵਲ ਤੇ ਬਨਸਪਤੀ ਦੇ ਵਿੱਚ ਸ੍ਰੇਸ਼ਟ ਰਸ ਭਰਿਆ ਜਾਂਦਾ ਹੈ। ਹੇ ਸੱਚੇ ਸਤਿਗੁਰ ਕਿਰਪਾ ਕਰ, ਅਸੀਂ ਤੇਰੇ ਦਰ ਦੇ ਜਗਿਆਸੂ ਹਾਂ ਤੇ ਤੇਰੇ ਚਰਨਾਂ ਕਮਲਾਂ ਦਾ ਪਿਆਰ ਏ, ਇਹ ਸਾਡੇ ਅੰਦਰ ਬਣ ਜਾਵੇ ਤੇ ਅਸੀਂ ਵੀ ਅੰਦਰੋਂ ਸ੍ਰੇਸ਼ਟ ਰਸ ਦੇ ਨਾਲ ਭਰ ਜਾਈਏ। ਮਨ ਤਨ ਰਤਾ ਸੱਚ ਰੰਗ, ਸਾਡਾ ਮਨ ਤੇ ਤਨ ਜਿਹੜਾ ਉਹ ਸੱਚੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਵੇ। ਇੱਕੋ ਨਾਮ ਆਧਾਰ ਤੇ ਇੱਕ ਤੇਰੇ ਨਾਮ ਦੇ ਆਸਰੇ ਦੇ ਨਾਲ ਅਸੀਂ ਜਿਉਣਾ ਸਿੱਖ ਲਈਏ ਜੀ। ਰੰਗ ਗੁੜਾਵਿਆ ਦਿਨ ਸਭੇ ਛਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤੀਸਰੀ ਤੁਕ ਦੇ ਵਿੱਚ ਵਿਖਿਆ ਰੰਗ ਕੁੜਾਵਿਆ, ਇਹ ਵੀ ਇੱਕ ਰੰਗ ਹੀ ਹੈ। ਜਿਹੜਾ ਵਕਾਰਾਂ ਦਾ ਰੰਗ ਹੈ ਨਾ, ਵਿਖਿਆ ਦਾ ਰੰਗ ਹੈ, ਇਹ ਵੀ ਇੱਕ ਰੰਗ ਹੈ, ਪਰ ਹੈ ਇਹ ਝੂਠਾ। ਕੁੜਾਵਿਆ ਦਾ ਅਰਥ ਹੈ ਕੁੜੱਤਣ ਵਾਲਾ, ਕੌੜਾ, ਝੂਠਾ। ਇਹ ਰੰਗ ਹੈ ਪਰ ਇਸ ਰੰਗ ਦੇ ਵਿੱਚ ਕੁੜੱਤਣ ਹੈ, ਇਹ ਦੁੱਖ ਦੇਵੇਗੀ। ਦਿਸਣ ਸਭੇ ਛਾਰ, ਤੇ ਇਸ ਤਰ੍ਹਾਂ ਦੇ ਰੰਗ ਵਾਲੇ ਜਿਹੜੇ ਨੇ ਨਾ, ਇਹ ਇਸ ਤਰ੍ਹਾਂ ਦਿਸ ਰਹੇ ਨੇ ਵੀ ਜਿਵੇਂ ਸੁਆਹ, ਹੁਣ ਲੱਕੜ ਮੱਚ ਰਹੀ ਏ
ਲੱਕੜ ਨੇ ਮੱਚ ਕੇ ਉਦੋਂ ਬਾਅਦ ਸੁਆਹ ਬਣ ਜਾਣਾ ਹੈ। ਇਹ ਇਸ ਤਰ੍ਹਾਂ ਦਿਸ ਰਹੇ ਨੇ ਵੀ ਜਿਵੇਂ ਸੁਆਹ ਬਣ ਰਹੀ ਹੈ, ਸੁਆਹ ਹੋ ਰਹੇ ਨੇ। ਇਹ ਵਿਖਿਆ ਦੇ ਰੰਗ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਿਕਾਰਾਂ ਦੇ ਰੰਗ ਨੇ, ਬੁਰਾਈਆਂ ਦੇ ਰੰਗ ਨੇ। ਇਧਰਲੇ ਪਾਸੇ ਸਾਡਾ ਮਨ ਇਹਨਾਂ ਜਿਹੜਾ ਇਹ ਨਹੀਂ ਰੰਗਿਆ ਹੋਣਾ ਚਾਹੀਦਾ। ਤੇ ਸਾਡਾ ਮਨ ਰੰਗਿਆ ਕਿਹੜੇ ਪਾਸੇ ਹੋਣਾ ਚਾਹੀਦਾ? ਪਰਮਾਤਮਾ ਦੇ ਨਾਮ ਦੇ ਨਾਲ, ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਪ੍ਰੇਮ ਦੇ ਨਾਲ ਸਾਡਾ ਮਨ ਜਿਹੜਾ ਇਹ ਰੰਗਿਆ ਹੋਣਾ ਚਾਹੀਦਾ ਹੈ। ਇਸ ਦੇ ਲਈ ਫਿਰ ਸਾਨੂੰ ਕਰਨਾ ਕੀ ਪੈਣਾ ਹੈ? ਸਮਦਮ ਸਰਦਾ ਤੀਸਰੀ, ਸਮਾਧਾਨ ਉਪਰਾਮ, ਛਟੀ ਤਦਿਕਸ਼ਾ ਜਾਣੀਏ, ਭਿੰਨ ਭਿੰਨ ਜਹ ਨਾਮ। ਇਹ 6 ਸਾਧਨ ਨੇ। ਇਹ 6 ਸਾਧਨਾਂ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਬੜਾ ਸਫਲ ਕਰ ਸਕਦੇ ਹਾਂ। ਨਾਮ ਜਪੀਏ ਤੇ ਇਹ 6 ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖੀਏ। ਸਮ ਦਮ ਸਰਦਾ ਤੀਸਰੀ। ਸਮ ਮਨ ਜਿਹੜਾ ਇਹਦੇ ਵਿੱਚ ਖਿਆਲ ਬਣਦੇ ਰਹਿੰਦੇ ਨੇ, ਮਨ ਦੇ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਮਨ ਜਿਹੜਾ ਇਹ ਰੋਕ ਨਹੀਂ ਸਕਦਾ। ਕਿਉਂ ਨਹੀਂ ਰੋਕ ਸਕਦਾ? ਸਾਡੇ ਸਰੀਰ ਦੀਆਂ ਕੁਝ ਕਿਰਿਆਵਾਂ ਨੇ, ਉਹਨਾਂ ਨੂੰ ਕਰਨ ਦੇ ਲਈ ਸਾਨੂੰ ਕੋਈ ਵੀ ਯਤਨ ਨਹੀਂ ਕਰਨਾ ਪੈਂਦਾ, ਆਪਣੇ ਆਪ ਹੀ ਹੁੰਦੀਆਂ ਨੇ। ਸਵਾਸ ਵਾਲੀ ਕਿਰਿਆ ਇਹ ਆਪਣੇ ਆਪ ਹੁੰਦੀ ਹੈ। ਅਸੀਂ ਸੁੱਤੇ ਹੁੰਦੇ ਹਾਂ, ਜਾਗਦੇ ਹੁੰਦੇ ਹਾਂ, ਕਈ ਵਾਰੀ ਅਸੀਂ ਭੁੱਲ ਹੀ ਜਾਂਦੇ ਹਾਂ ਵੀ ਸਾਡੇ ਸਵਾਸ ਵੀ ਚੱਲ ਰਹੇ ਨੇ, ਕਿਉਂਕਿ ਇਹ ਆਪਣੇ ਆਪ ਸਰੀਰਕ ਕਿਰਿਆ ਹੈ ਤੇ ਇਹ ਚੱਲ ਰਹੀ ਹੈ। ਉਦੋਂ ਤੱਕ ਚੱਲੇਗੀ ਜਦੋਂ ਤੱਕ ਸਵਾਸਾਂ ਦੀ ਪੂੰਜੀ ਪੂਰੀ ਨਹੀਂ ਹੁੰਦੀ। ਜਦੋਂ ਸਵਾਸਾਂ ਦੀ ਪੂੰਜੀ ਪੂਰੀ ਹੋ ਗਈ, ਸਵਾਸ ਸਾਰੇ ਖਰਚ ਹੋ ਗਏ, ਇਸ ਕਿਰਿਆ ਨੇ ਫਿਰ ਬੰਦ ਹੋਣਾ ਹੈ। ਤੇ ਜਦੋਂ ਇਹ ਕਿਰਿਆ ਬੰਦ ਹੋ ਗਈ ਫਿਰ ਰਾਮ ਨਾਮ ਸਤ ਹੋ ਜਾਣਾ ਹੈ। ਇਸੇ ਤਰ੍ਹਾਂ ਸਾਡੇ ਦਿਲ ਦੀ ਧੜਕਣ ਹੈ, ਇਹ ਵੀ ਆਪਣੇ ਆਪ ਚੱਲਦੀ ਹੈ। ਸਾਨੂੰ ਇਸ ਦੇ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ, ਕੁਝ ਨਹੀਂ ਕਰਨਾ ਪੈਂਦਾ। ਤੇ ਇਹ ਵੀ ਉਦੋਂ ਤੱਕ ਚੱਲਦੀ ਏ ਜਦੋਂ ਤੱਕ ਸਵਾਸ ਚੱਲਦੇ ਨੇ। ਜਦੋਂ ਸਵਾਸ ਰੁਕ ਗਏ ਤੇ ਇਹਨੇ ਵੀ ਰੁਕ ਜਾਣਾ ਹੈ। ਇਸੇ ਤਰ੍ਹਾਂ ਅਸੀਂ ਭੋਜਨ ਛਕਦੇ ਹਾਂ, ਕੇਵਲ ਭੋਜਨ ਛਕਣ ਦੇ ਲਈ ਯਤਨ ਕਰਦੇ ਹਾਂ, ਪੇਟ ਦੇ ਵਿੱਚ ਉਹ ਆਪਣੇ ਆਪ ਹੀ ਹਜਮ ਹੁੰਦਾ ਹੈ। ਇਹ ਪਰਮਾਤਮਾ ਦੀ ਬਣਾਈ ਹੋਈ ਕਿਰਿਆ ਹੈ। ਉਸ ਵਾਹਿਗੁਰੂ ਨੇ ਕੁਝ ਕਿਰਿਆਵਾਂ ਬਣਾਈਆਂ ਨੇ, ਉਹ ਆਪਣੇ ਆਪ ਹੀ ਚੱਲਦੀਆਂ ਨੇ। ਇਸੇ ਤਰ੍ਹਾਂ ਮਨ ਜਿਹੜਾ ਇਹ ਵੀ ਵਿਚਾਰਾਂ ਦਾ ਸਮੂਹ ਹੈ, ਇਹਦੇ ਵਿੱਚ ਵੀ ਕੋਈ ਨਾ ਕੋਈ ਵਿਚਾਰ ਹੈ ਜਿਹੜੀ ਉਹ ਚੱਲਦੀ ਰਹਿਣੀ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਸੌਂ ਜਾਂਦੇ ਹਾਂ, ਜਿਹੜੇ ਸੁਪਨੇ ਹੁੰਦੇ ਨੇ ਨਾ, ਇਹ ਵੀ ਮਨ ਦੀ ਵਿਚਾਰ ਹੈ। ਮਨ ਜਾਗ ਪੈਂਦਾ ਹੈ ਤੇ ਜਦੋਂ ਮਨ ਦੇ ਵਿੱਚ ਕੋਈ ਨਾ ਕੋਈ ਵਿਚਾਰ ਹੁੰਦੀ ਹੈ ਫਿਰ ਅਸੀਂ ਉਹਨੂੰ ਸੁਪਨਾ ਆਖ ਦਿੰਦੇ ਹਾਂ, ਇਹ ਸੁਪਨਾ ਆ ਰਿਹਾ ਹੈ। ਮਨ ਜਿਹੜਾ ਇਹ ਆਪਣੇ ਆਪ ਕਿਰਿਆਵਾਂ ਕਰਦਾ, ਜਿਵੇਂ ਸਾਡੇ ਸਰੀਰ ਦੀਆਂ ਦੂਜੀਆਂ ਕਿਰਿਆਵਾਂ ਹੁੰਦੀਆਂ ਨੇ। ਸਵਾਸ ਲੈਂਦੇ ਹਾਂ, ਦਿਲ ਦੀ ਧੜਕਣ ਹੈ, ਅੰਦਰ ਖਾਧਾ ਹਜਮ ਹੈ। ਤੇ ਹੁਣ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਇਹ ਕਿ ਜਿੱਥੇ ਕਿਤੇ ਗੰਦਗੀ ਹੋਵੇ ਨਾ, ਅਸੀਂ ਫਿਰ ਉੱਥੇ ਮੂੰਹ ਦੇ ਅੱਗੇ ਹੱਥ ਰੱਖ ਲੈਂਦੇ ਵੀ ਇੱਥੇ ਅਸੀਂ ਸਵਾਸ ਨਹੀਂ ਲੈਣਾ। ਸਵਾਸ ਕਿਉਂ ਨਹੀਂ ਲੈਣਾ? ਕਿਉਂਕਿ ਇੱਥੋਂ ਬਦਬੂ ਆ ਰਹੀ ਹੈ ਗੰਦਗੀ ਦੀ, ਇਹ ਸਾਡੇ ਅੰਦਰ ਨਾ ਚਲੀ ਜਾਵੇ। ਵੇਖੋ ਕਿੰਨਾ ਧਿਆਨ ਰੱਖਦੇ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਕੁਝ ਖਾਂਦੇ ਹਾਂ ਤੇ ਵੇਖ ਲੈਂਦੇ ਹਾਂ ਵੀ ਇਸ ਖਾਣ ਦੇ ਨਾਲ ਸਾਡੀ ਸਿਹਤ ਖਰਾਬ ਹੋਏਗੀ, ਤੇ ਅਸੀਂ ਕਹਿ ਦਿੰਦੇ ਨਹੀਂ ਭਾਈ ਇਹਨੂੰ ਪਰਾਂ ਕਰ ਲਾ, ਇਹ ਖਾਦਿਆਂ ਸਾਡਾ ਸਰੀਰ ਹੈ, ਸਾਡੀ ਸਿਹਤ ਹੈ, ਇਹਨੇ ਖਰਾਬ ਹੋ ਜਾਣਾ, ਇਹ ਵੀ ਅਸੀਂ ਨਹੀਂ ਖਾਣਾ। ਇਹ ਵੀ ਅਸੀਂ ਵੇਖੋ ਅੰਦਰ ਨਹੀਂ ਜਾਣ ਦਿੰਦੇ। ਫਿਰ ਇਸੇ ਤਰ੍ਹਾਂ ਮਨ ਜਿਹੜਾ, ਮਨ ਦੇ ਵਿੱਚ ਵੀ ਜਦੋਂ ਮਨ ਨੂੰ ਖਰਾਬ ਕਰਨ ਵਾਲੀਆਂ ਵਿਚਾਰਾਂ ਚੱਲਦੀਆਂ ਨੇ, ਉਹਨਾਂ ਨੂੰ ਜਿਹੜਾ ਰੋਕ ਲੈਣਾ ਉਹਨੂੰ ਆਖਿਆ ਸਮ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਜਿਵੇਂ ਸਾਡੇ ਅੰਦਰ ਗੰਦੀ ਹਵਾ ਨਾ ਜਾਵੇ, ਇਸ ਦੇ ਲਈ ਅਸੀਂ ਯਤਨਸ਼ੀਲ ਹੁੰਦੇ ਹਾਂ। ਸਾਡੇ ਅੰਦਰ ਕੋਈ ਜਿਹੜੀ ਇਸ ਤਰ੍ਹਾਂ ਦੀ ਚੀਜ਼ ਨਾ ਖਾਧੀ ਜਾਵੇ ਜਿਹਦੇ ਨਾਲ ਸਾਡਾ ਹਾਜ਼ਮਾ, ਸਾਡਾ ਪੇਟ, ਸਾਡੀ ਸਿਹਤ ਖਰਾਬ ਹੋ ਜਾਵੇ, ਉੱਧਰ ਵੀ ਬੜੇ ਸੁਚੇਤ ਰਹਿੰਦੇ ਹਾਂ। ਤੇ ਮਨ ਦੇ ਵਿੱਚ ਜਦੋਂ ਬੁਰੀਆਂ ਗੰਦੀਆਂ ਵਿਚਾਰਾਂ ਚੱਲਦੀਆਂ ਨੇ, ਉੱਥੇ ਅਸੀਂ ਸੁਚੇਤ ਨਹੀਂ ਰਹਿੰਦੇ। ਜਿਹੜਾ ਇੱਥੇ ਸੁਚੇਤ ਰਹਿੰਦਾ ਵੀ ਇਹ ਖਿਆਲ ਜਿਹੜਾ ਇਹ ਮੇਰੇ ਮਨ ਦੇ ਵਿੱਚ ਨਹੀਂ ਚੱਲਣਾ ਚਾਹੀਦਾ, ਇਹ ਬੁਰਾ ਖਿਆਲ ਹੈ, ਇਹਨੂੰ ਸਮ ਆਖਦੇ ਨੇ। ਫਿਰ ਅੱਗੇ ਆਉਂਦਾ ਦਮ। ਦਮ ਦਾ ਅਰਥ ਹੈ ਸਾਡੇ ਇੰਦਰੀ, ਤੇ ਦਮ ਦਾ ਅਰਥ ਹੈ ਇਹਨਾਂ ਨੂੰ ਦਮਨ ਕਰਨਾ, ਰੋਕਣਾ। ਕਈ ਵਾਰੀ ਮਨ ਜਿਹੜਾ ਇਹਦੇ ਵਿੱਚ ਬੁਰਾ ਖਿਆਲ ਬਣ ਜਾਂਦਾ, ਜਿਵੇਂ ਅਚਨਚੇਤ ਕੋਈ ਚੀਜ਼ ਖਾਧੀ ਗਈ ਹੈ ਤੇ ਹਾਜ਼ਮਾ ਖਰਾਬ ਹੋ ਗਿਆ ਹੈ। ਜਦੋਂ ਹਾਜ਼ਮਾ ਖਰਾਬ ਹੋ ਗਿਆ ਤੇ ਫਿਰ ਉਸ ਦੇ ਲਈ ਕੋਈ ਨਾ ਕੋਈ ਇਲਾਜ ਵੀ ਕਰਨਾ ਪੈਂਦਾ, ਦਵਾਈ ਬੂਟੀ ਲੈਣੀ ਪੈਂਦੀ ਹੈ ਜਿਹਦੇ ਨਾਲ ਹਾਜ਼ਮਾ ਠੀਕ ਹੋ ਜਾਵੇ। ਇਸੇ ਤਰ੍ਹਾਂ ਕੁਦਰਤੀ ਜੇ ਕਿਤੇ ਮਨ ਦੇ ਵਿੱਚ ਗਲਤ ਖਿਆਲ ਬਣ ਗਿਆ, ਕੋਈ ਬੁਰੀ ਗੱਲ ਆ ਗਈ ਹੈ, ਤੇ ਉਸ ਨੂੰ ਕਰਨਾ ਇੰਦਰੀਆਂ ਨੇ, ਮਨ ਨੇ ਨਹੀਂ ਕਰਨਾ। ਮਨ ਤਾਂ ਕੇਵਲ
ਆਪਣੇ ਅੰਦਰ ਇਸ ਤਰ੍ਹਾਂ ਦੀ ਗੰਦਗੀ ਨੂੰ ਪੈਦਾ ਕਰਦਾ ਹੈ। ਬਾਹਰੋਂ ਗੰਦੀ ਹਵਾ ਆ ਗਈ ਏ ਜਿਹਦੇ ਨਾਲ ਮਨ ਜਿਹੜਾ ਉਹ ਖਰਾਬ ਹੋ ਗਿਆ ਹੈ। ਜਦੋਂ ਮਨ ਖਰਾਬ ਹੋ ਗਿਆ, ਮਨ ਦੇ ਵਿੱਚ ਬੁਰਾਈ ਆ ਗਈ ਤੇ ਕਰਨਾ ਉਸ ਨੂੰ ਇੰਦਰੀਆਂ ਨੇ, ਹੱਥਾਂ ਪੈਰਾਂ ਨੇ, ਸਾਡੇ 10 ਇੰਦਰੀ ਨੇ, ਇਹਨਾਂ ਨੇ ਕਰਨਾ ਹੈ। ਫਿਰ ਇੰਦਰੀਆਂ ਨੂੰ ਰੋਕ ਲਵੇ। ਜੇ ਕੁਦਰਤੀ ਮਨ ਬਿਮਾਰ ਹੋ ਗਿਆ ਹੈ ਤੇ ਮਨ ਨੇ ਇਹ ਬਿਮਾਰੀ ਫਿਰ ਕੋਈ ਇੰਦਰੀਆਂ ਦੇ ਵਿੱਚ ਵੰਡਣੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਜਿਹੜਾ ਰੋਕਣਾ ਇਹਨੂੰ ਆਖਦੇ ਨੇ ਦਮ। ਨਾ ਭਾਈ ਹੁਣ ਤੂੰ ਤਾਂ ਬਿਮਾਰ ਹੈ ਤੇ ਬਿਮਾਰੀ ਤੇਰੇ ਕੋਲ ਹੀ ਰੱਖ, ਇੰਦਰੀਆਂ ਤੋਂ ਇਹ ਕੰਮ ਨਾ ਕਰਨ ਦੇਣਾ, ਇਹਨੂੰ ਦਮ ਆਖਦੇ ਨੇ। ਸਮ ਦਮ। ਸਰਦਾ ਤੀਸਰੀ ਸਾਡੀ ਜਿਹੜੀ ਅੰਦਰ ਦੀ ਨਾ ਉਹ ਗੁਰੂ ਤੇ ਸ਼ਰਧਾ ਹੋਣੀ ਚਾਹੀਦੀ ਹੈ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੇ ਤੇ ਕਿਰਪਾ ਬਣਾਉਂਦੇ ਨੇ। ਗੁਰੂ ਮਹਾਰਾਜ ਜੀ ਦਾ ਦਿੱਤਾ ਹੋਇਆ ਨਾਮ ਹੈ ਜਿਹੜਾ, ਇਹਦੇ ਨਾਲ ਸਾਡਾ ਮਨ ਹੈ ਜਿਹੜਾ, ਇਹਦੀ ਜਿਹੜੀ ਮੈਲ ਹੈ ਇਹ ਧੋਤੀ ਜਾਏਗੀ। ਜਿਤਨੀ ਜਿਸ ਦੀ ਵੱਡੀ ਸ਼ਰਧਾ ਹੋਏਗੀ, ਜਿਤਨੀ ਜਿਸ ਦੀ ਡੂੰਘਾਈ ਵਾਲੀ ਸ਼ਰਧਾ ਹੋਏਗੀ, ਉਤਨਾ ਹੀ ਉਸ ਦਾ ਮਨ ਹੈ ਜਿਹੜਾ ਇਹ ਸ਼ੁੱਧ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਮਨ ਸ਼ੁੱਧ ਪਵਿੱਤਰ ਸ਼ੁਰੂ ਹੋ ਗਿਆ ਤੇ ਫਿਰ ਇੰਦਰੀ ਨੇ ਜਿਹੜੇ ਇਹਨਾਂ ਦਾ ਦਮਨ ਆਪੇ ਹੋ ਜਾਂਦਾ ਹੁੰਦਾ ਹੈ। ਸਰਦਾ ਤੀਸਰੀ। ਸਮਾਧਾਨ ਇਹ ਚੌਥੀ ਦਾ ਨਾਂ ਹੈ। ਸਮਾਧਾਨ ਦਾ ਅਰਥ ਹੁੰਦਾ ਜਿਵੇਂ ਕੋਈ ਨਾ ਕੋਈ ਕੰਮ ਪੈ ਗਿਆ ਤੇ ਆਪਾਂ ਨੇ ਇਹ ਯਤਨ ਕੀਤਾ ਵੀ ਆਓ ਸਾਰੇ ਜਣੇ ਰਲ ਕੇ ਸਮਾਧਾਨ ਕਰੀਏ ਜਿਸ ਦੇ ਨਾਲ ਇਹ ਮਸਲਾ ਹੱਲ ਹੋ ਜਾਏ। ਸਮਾਧਾਨ ਦਾ ਅਰਥ ਸਾਵਧਾਨ ਵੀ ਕਰ ਲੈਂਦੇ ਨੇ। ਸਮਾਧਾਨ ਜਦੋਂ ਫਿਰ ਇੰਦਰੀਆਂ ਦੁਆਰਾ ਵੀ ਜਿਹੜਾ ਨਾ ਰੋਕਿਆ ਜਾਵੇ, ਸ਼ਰਧਾ ਵੀ ਘਟਦੀ ਦਿਸੇ ਤੇ ਮਨ ਦੇ ਵਿੱਚ ਵੀ ਮੈਲ ਬਣ ਜੇ, ਇਹ ਤਿੰਨ ਨੇ ਜਿਹੜੀਆਂ ਇਹ ਅਸਫਲ ਹੁੰਦੀਆਂ ਦਿਸਣ ਤੇ ਫਿਰ ਇਸ ਦੇ ਲਈ ਕੋਈ ਨਾ ਕੋਈ ਸਮਾਧਾਨ ਨੇ ਜਿਹੜਾ ਉਹ ਲੱਭਣਾ ਕਰੇ ਵੀ ਹੁਣ ਮੈਂ ਇਹਨੂੰ ਕਿਵੇਂ ਰੋਕਾਂ ਤੇ ਕਿਵੇਂ ਬਚਾਂ। ਫਿਰ ਸੰਗਤ ਦਾ ਆਸਰਾ ਲੈਣਾ ਪੈਂਦਾ ਹੈ, ਕਿਉਂਕਿ ਸੰਗਤ ਤੇ ਉਹ ਵਾੜ ਹੁੰਦੀ ਹੈ। ਸੰਗਤ ਤੇ ਜਿਹੜੀ ਉਹ ਵਾੜ ਹੈ। ਜਦੋਂ ਅਸੀਂ ਸੰਗਤ ਦੇ ਵਿੱਚ ਰਵਾਂਗੇ ਤੇ ਇਸ ਤਰ੍ਹਾਂ ਜਿਵੇਂ ਖੇਤ ਨੂੰ ਵਾੜ ਕੀਤੀ ਹੈ ਤੇ ਕੋਈ ਪਸ਼ੂ ਅਵਾਰਾ ਨਹੀਂ ਆ ਸਕਦਾ, ਉਸੇ ਤਰ੍ਹਾਂ ਜਿਵੇਂ ਅਸੀਂ ਬੈਠੇ ਹਾਂ, ਸਾਡੇ ਕੋਲ 2-4 ਗੁਰਮੁਖ ਪਿਆਰੇ ਹੋਰ ਬੈਠੇ ਨੇ ਤੇ ਉਹਨਾਂ ਦੀ ਸੰਗਤ ਕਰਕੇ ਅਸੀਂ ਬੁਰਾਈ ਤੋਂ ਬਚ ਜਾਂਦੇ ਹਾਂ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਸੰਗਤ ਦੇ ਵਿੱਚ ਜਿਹੜਾ ਰਹਿਣਾ ਹੈ ਇਹ ਇਕੱਲੇਪਣ ਦੇ ਨਾਲੋਂ ਬੜਾ ਵਧੀਆ ਹੈ। ਸੰਗਤ ਜਿਹੜੀ ਹੈ ਇਹਦੀ ਸ਼ਰਮ ਬਣੀ ਰਹਿੰਦੀ ਹੈ। ਸੰਗਤ ਦੀ ਸਹਾਇਤਾ ਦੇ ਨਾਲ ਸੰਗਤ ਵਾੜ ਦੀ ਤਰ੍ਹਾਂ ਸਾਡੀ ਰਾਖੀ ਕਰਦੀ, ਇਹਨੂੰ ਸਮਾਧਾਨ ਆਖਦੇ ਨੇ। ਉਪਰਾਮ ਦਾ ਅਰਥ ਹੁੰਦਾ ਹੈ ਕਿਸੇ ਵੀ ਬੁਰਾਈ ਦੇ ਵਿੱਚ ਮਨ ਨੂੰ ਨਾ ਲਾਣਾ। ਉਪਰਾਮ ਦਾ ਅਰਥ ਹੁੰਦਾ ਮਨ ਦਾ ਉਖੜਿਆ ਰਹਿਣਾ। ਸਾਰੇ ਜਿਤਨੇ ਵੀ ਵਿਕਾਰ ਨੇ, ਜਿਤਨੀਆਂ ਵੀ ਬੁਰਾਈਆਂ ਨੇ, ਉਹਨਾਂ ਸਾਰਿਆਂ ਦੇ ਵੱਲੋਂ ਮਨ ਨੂੰ ਉਪਰਾਮ ਰੱਖਣਾ, ਉਹਨਾਂ ਦੇ ਵਿੱਚ ਮਨ ਨੂੰ ਨਾ ਲੱਗਣ ਦੇਣਾ, ਉਹਨਾਂ ਦਾ ਪਿਆਰ ਜਿਹੜਾ ਉਹ ਮਨ ਦੇ ਵਿੱਚ ਨਾ ਬਣ ਦੇਣਾ, ਇਸ ਨੂੰ ਉਪਰਾਮ ਆਖਦੇ ਨੇ। ਸਤੀ ਤਤਿਕਸ਼ਣਾ। ਇਹ ਤਤਿਕਸ਼ਣਾ ਜਿਹੜੀ ਹੈ ਇਹ 6ਵੀਂ ਹੈ। 6 ਸਾਧਨ ਨੇ ਤੇ ਤਤਿਕਸ਼ਣਾ ਦਾ ਅਰਥ ਹੁੰਦਾ ਦੁੱਖ ਤੇ ਸੁੱਖ ਨੂੰ ਸਰੀਰ ਦੇ ਉੱਤੇ ਸਹਾਰ ਲੈਣਾ। ਐਵੇਂ ਨਾ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੂੰ ਉਲਾਮੇ ਜਿਹਦੇ ਨੇ ਆਪਾਂ ਨੂੰ ਸੰਗਤ ਦੇ ਵਿੱਚੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸੰਗਤ ਤੋਂ ਸਿੱਖਿਆ ਹੈ। ਇਹ ਦਾਸ ਕਈ ਵਾਰੀ ਜਦੋਂ ਨਾਂ ਦੇ ਅਰਥ ਕਰਦਾ ਸੀ ਨਾ ਤੇ ਮੇਰੇ ਨਾਂ ਹੈ ਸੁਖਵਿੰਦਰ ਸਿੰਘ ਤੇ ਮੈਂ ਕਹਿ ਦਿੰਦਾ ਸੀ ਮੇਰਾ ਨਾਂ ਤਾਂ ਸੁਖਵਿੰਦਰ ਸਿੰਘ ਰੱਖਿਆ ਹੈ ਪਰ ਹੈ ਮੈਂ ਦੁਖਵਿੰਦਰ ਹੀ ਹਾਂ। ਤੇ ਕਿਸੇ ਗੁਰਮੁਖ ਪਿਆਰੇ ਨੇ, ਚਲੋ ਮੈਂ ਨਾਂ ਨਹੀਂ ਲੈਂਦਾ, ਸੰਗਤ ਦੇ ਵਿੱਚ ਮੈਂ ਉਸਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਗੁਰੂ ਮਹਾਰਾਜ ਜੀ ਇਹਦੇ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ। ਉਹਨੇ ਮੈਨੂੰ ਆਖਿਆ ਜੀ ਤੁਸੀਂ ਆਹ ਸ਼ਬਦ ਨਾ ਵਰਤਿਆ ਕਰੋ। ਮੈਂ ਕਿਹਾ ਜੀ ਦੱਸੋ। ਕਹਿੰਦੇ ਤੁਸੀਂ ਗੁਰੂ ਮਹਾਰਾਜ ਜੀ ਨੂੰ ਉਲਾਮਾ ਦਿੰਦੇ ਹੋ ਵੀ ਮੈਨੂੰ ਜੀਵਨ ਦੇ ਵਿੱਚ ਤੂੰ ਸੁੱਖ ਨਹੀਂ ਦਿੱਤਾ, ਜਦੋਂ ਕਿ ਗੁਰੂ ਦੀ ਕਿਰਪਾ ਰਹਿਮਤ ਤੇ ਸੱਚੇ ਸਤਿਗੁਰ ਨੇ ਆਪਣੀ ਸੇਵਾ ਦਿੱਤੀ ਹੈ ਤੇ ਇਦੂ ਵੱਡਾ ਸੁੱਖ ਦੁਨੀਆ ਤੇ ਕੋਈ ਹੈ ਹੀ ਨਹੀਂ। ਗੁਰੂ ਘਰ ਦੀ ਸੇਵਾ ਮਿਲ ਜਾਵੇ, ਗੁਰੂ ਮਹਾਰਾਜ ਜੀ ਦੀ ਸੇਵਾ ਮਿਲ ਜਾਵੇ, ਸੰਗਤ ਦੀ ਸੇਵਾ ਮਿਲ ਜਾਵੇ ਤੇ ਇਦੂ ਵੱਡਾ ਦੁਨੀਆ ਤੇ ਸੁੱਖ ਹੀ ਕੋਈ ਨਹੀਂ। ਸਤੀ ਤਤਿਕਸ਼ਣਾ। ਇਸ ਤਰ੍ਹਾਂ ਕਦੇ ਵੀ ਆਪਣੇ ਗੁਰੂ ਨੂੰ ਲਾਮਾ ਨਾ ਦੇਣਾ ਵੀ ਤੂੰ ਮੈਨੂੰ ਦੁਖੀ ਕੀਤਾ ਹੈ। ਦੁੱਖ ਤੇ ਸੁੱਖ ਹੈ ਜਿਹੜਾ, ਭੁੱਖ ਤਰੇ ਪਿਆਸ ਜੋ ਵੀ ਹੈ, ਇਹਨੂੰ ਸਰੀਰ ਦੇ ਉੱਤੇ ਸਹਾਰ ਲੈਣਾ। ਇਹ 6 ਸਾਧਨ ਨੇ। ਜਾਣੀਏ ਭਿੰਨ ਭਿੰਨ ਜਿਹੇ ਨਾਮ ਅੱਗੇ ਲਿਖਦੇ ਨੇ ਵੀ ਇਹਨਾਂ ਦੇ ਇਹ ਵੱਖੋ ਵੱਖਰੇ ਨਾਮ ਨੇ ਤੇ ਇਸ ਤਰ੍ਹਾਂ ਇਹਨਾਂ ਨੂੰ ਜੇ ਅਸੀਂ ਸਮਝ ਲਈਏ, ਵਿਖਿਆ ਰੰਗ ਕੜਾਵਿਆ। ਫਿਰ ਜੋ ਗੁਰੂ ਮਹਾਰਾਜ ਜੀ ਦੱਸਦੇ ਨੇ ਨਾ, ਵਿਕਾਰਾਂ ਦਾ ਰੰਗ ਬੜਾ ਕੌੜਾ ਹੈ, ਇਹ ਕੜਤਨ ਵਾਲਾ ਹੈ। ਦਿਸਣ ਸਭੇ ਸ਼ਰ
ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਸੇ ਸਾਧਨ ਅਸੀਂ ਅਪਣਾ ਲਈਏ ਤੇ ਇਹ ਸਾਰੇ ਦੇ ਸਾਰੇ ਫਿਰ ਸੁਆਹ ਦਿਸਣ ਲੱਗ ਜਾਂਦੇ ਹਨ ਜੀ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਜਿਵੇਂ ਪਪੀਆ ਹੁੰਦਾ ਏ ਤੇ ਜੇਠ ਹਾੜ ਦੀ ਗਰਮੀ ਦੇ ਵਿੱਚ ਉਹ ਪਿਆਸ ਦੇ ਨਾਲ ਵਿਲਕਣ ਲੱਗ ਜਾਂਦਾ ਏ। ਉਹਦੇ ਵਿਲਕਣ ਦਾ ਕਾਰਨ ਇਹ ਇਹਦੇ ਗਲ ਦੇ ਵਿੱਚ ਨਾ ਇੱਕ ਮੋਰੀ ਹੁੰਦੀ ਏ। ਦਾਸ ਨੂੰ ਇਹਦਾ ਪਤਾ ਲੱਗਿਆ ਭਾਈ ਗੁਰਦਾਸ ਜੀ ਦੇ ਕਬਿਤ ਸਵਈਆਂ ਤੋਂ। ਉੱਥੇ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇਹਦਾ ਖੁਲਾਸਾ ਕੀਤਾ। ਥੋੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਫਿਰ ਕਿਸੇ ਦਿਨ ਇਹ ਸ਼ਬਦ ਪੜ੍ਹ ਕੇ ਨਾ ਭਾਈ ਗੁਰਦਾਸ ਜੀ ਦਾ ਕਬਿਤ ਸਵਈਆਂ ਦਾ ਤੇ ਆਪ ਜੀ ਦੀ ਜ਼ਰੂਰ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਭਾਈ ਗੁਰਦਾਸ ਜੀ ਉੱਥੇ ਲਿਖਦੇ ਨੇ ਵੀ ਇਹਦੇ ਗਲ ਦੇ ਵਿੱਚ ਛੇਦ ਹੁੰਦਾ, ਮੋਰੀ ਹੁੰਦੀ ਹੈ। ਜਦੋਂ ਥੱਲੋਂ ਚੁੰਝ ਭਰਦਾ ਨਾ ਪਾਣੀ ਦੀ ਤੇ ਘੁੱਟ ਭਰਨ ਲੱਗਦਾ ਤੇ ਉਹ ਗਲ ਦੇ ਵਿੱਚੋਂ ਥੱਲੇ ਬਾਹਰ ਆ ਜਾਂਦੀ ਏ। ਫਿਰ ਇਹਨੂੰ ਪਾਣੀ ਦੀ ਬੂੰਦ ਲੈਣ ਵਾਸਤੇ ਆਕਾਸ਼ ਦੇ ਵੱਲ ਮੂੰਹ ਰੱਖਣਾ ਪੈਂਦਾ ਹੈ। ਉੱਤੋਂ ਪਾਣੀ ਮੀਂਹ ਦੀ ਬੂੰਦ ਪੈਂਦੀ ਏ ਤੇ ਉਹ ਇਹਦੇ ਸੰਗ ਦੇ ਵਿੱਚ ਸਿੱਧੀ ਅੰਦਰ ਚਲੀ ਜਾਂਦੀ, ਜਿਸ ਕਰਕੇ ਇਹਦੀ ਪਿਆਸ ਹੈ ਜਿਹੜੀ ਇਹ ਬੁਝ ਜਾਂਦੀ ਏ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਉੱਥੇ ਪਪੀਏ ਦੀ ਬੂੰਦ ਦਾ ਜ਼ਿਕਰ ਕੀਤਾ ਹੈ ਤੇ ਸਾਡੇ ਅੰਦਰ ਜਿਹੜੀ ਨਾਮ ਰਸ ਤੋਂ ਬੂੰਦ ਪੈਦਾ ਹੁੰਦੀ ਹੈ ਉਹਦਾ ਜ਼ਿਕਰ ਕੀਤਾ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਜਿਵੇਂ ਪਪੀਏ ਦੇ ਲਈ ਮੀਂਹ ਦੀ ਇੱਕ ਬੂੰਦ ਹੈ ਜਿਹੜੀ ਉਹਨੂੰ ਸੁਖ ਦੇਣ ਵਾਲੀ ਬਣ ਜਾਂਦੀ ਹੈ, ਉਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਹਰੀ ਪਰਮਾਤਮਾ ਦਾ ਨਾਮ ਜਿਹੜਾ ਅੰਮ੍ਰਿਤਮਈ ਏ, ਇਹਦੀ ਰਸ ਦੀ ਬੂੰਦ ਹੈ ਜਿਹੜੀ ਇਹਨੂੰ ਸੁਖ ਦੇਣ ਵਾਲੀ ਬਣ ਜਾਂਦੀ ਏ। ਮਿਲ ਸਾਧੂ ਪੀਵਨ ਹਾਰ, ਤੇ ਇਸ ਨਾਮ ਦੀ ਬੂੰਦ ਨੂੰ ਸਤ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਆਣ ਕੇ ਪੀਣ ਵਾਲੇ ਬਣਿਆ ਜਾਂਦਾ ਹੈ। ਪੀਵਨ ਹਾਰ ਦਾ ਅਰਥ ਹੁੰਦਾ ਪੀਣ ਵਾਲੇ ਬਣ ਜਾਣਾ। ਮਿਲ ਸਾਧੂ ਪੀਵਨ ਹਾਰ, ਪੀਵਨ ਹਾਰ ਦਾ ਅਰਥ ਹੁੰਦਾ ਪੀਣ ਦੇ ਯੋਗ ਹੋ ਜਾਣਾ, ਪੀਵਨ ਵਾਲੇ ਬਣ ਜਾਣਾ। ਸਾਡੇ 'ਚ ਇਹ ਸਮਰੱਥਾ ਆ ਜਾਣੀ ਵੀ ਗੁਰੂ ਮਹਾਰਾਜ ਜੀ ਦੀ ਰਹਿਮਤ ਕਿਰਪਾ ਦੇ ਨਾਲ ਇਹ ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਇਹਨੂੰ ਪੀ ਸਕੀਏ। ਮਿਲ ਸਾਧੂ ਪੀਵਨਹਾਰ, ਜਦੋਂ ਸੰਗਤ ਦੇ ਵਿੱਚ ਆਈਦਾ, ਗੁਰੂ ਦੀ ਕਿਰਪਾ ਰਹਿਮਤ ਹੁੰਦੀ ਏ, ਗੁਰੂ ਚਰਨਾਂ ਨਾਲ ਜੁੜੀਦਾ ਤੇ ਫਿਰ ਇਸ ਅੰਮ੍ਰਿਤਮਈ ਨਾਮ ਦੀ ਬੂੰਦ ਨੂੰ ਪੀਣ ਦੇ ਯੋਗ ਹੋ ਜੀਦਾ ਹੈ ਜੀ। ਵਾਣ ਤਿਨ ਪ੍ਰਭ ਸੰਗ ਮੌਲਿਆ, ਸਮਰੱਥ ਪਰਖ ਅਪਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਵਾਣ ਤਿੰਨ, ਵਣ ਕਹਿੰਦੇ ਨੇ ਬਨਸਪਤੀ ਨੂੰ ਤੇ ਤਿੰਨ ਕਹਿੰਦੇ ਨੇ ਸਾਡੀਆਂ ਫਸਲਾਂ ਨੇ ਜਿਹੜੀਆਂ, ਤਿਨਕੇ ਘਾਹ ਫੂਸੇ ਸਾਰੇ ਇਸੇ ਵਿੱਚ ਆ ਜਾਂਦੇ ਨੇ। ਪ੍ਰਭ ਸੰਗ ਮੌਲਿਆ, ਜਿਵੇਂ ਮੀਂਹ ਪੈਣ ਦੇ ਨਾਲ ਸਾਰਿਆਂ ਦੇ ਉੱਤੇ ਇੱਕ ਨਵੀਂ ਨੁਹਾਰ ਆ ਜਾਂਦੀ ਆ। ਦਾਸ ਨੇ ਵੇਖਿਆ ਜਦੋਂ ਬੜੀ ਗਰਮੀ ਪੈਂਦੀ ਹੈ ਨਾ, ਝੋਨੇ ਦੇ ਥੱਲੇ ਪਾਣੀ ਖੜਾ ਹੁੰਦਾ ਪਰ ਉੱਤੋਂ ਝੋਨਾ ਹੈ ਨਾ ਜਿਹੜਾ ਇਹ ਪੀਲੇ ਦਾ ਪੀਲਾ। ਜਦੋਂ ਮੀਂਹ ਨਹੀਂ ਪੈਂਦਾ, ਬੜੀ ਗਰਮੀ ਪੈਂਦੀ ਏ ਤੇ ਇੱਕ ਦਿਨ ਮੈਂ ਵੇਖ ਕੇ ਹੈਰਾਨ ਹੋ ਗਿਆ। ਮੈਂ ਕਿਹਾ ਚਲੋ ਪਾਣੀ ਨਾ ਮਿਲੇ ਤੇ ਹੋ ਸਕਦਾ ਵੀ ਫਸਲ ਜਿਹੜੀ ਉਹ ਪੀਲੀ ਪੈ ਜਾਵੇ, ਸੁੱਕਣ ਵਾਲੇ ਪਾਸੇ ਜਾਵੇ, ਕਿਉਂਕਿ ਫਸਲ ਦੀ ਹਰਿਆਵਲ ਤੋਂ ਜਦੋਂ ਪੀਲਾਪਣ ਆਉਂਦਾ ਹੈ, ਪੀਲੇਪਣ ਤੋਂ ਬਾਅਦ ਫਿਰ ਇਹਨੇ ਸੁੱਕਣਾ ਹੁੰਦਾ ਹੈ। ਇਹ ਫਸਲ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਵੀ ਇਹ ਹਰੀ ਤੋਂ ਪੀਲੀ ਹੋ ਗਈ ਹੈ। ਜਦੋਂ ਜ਼ਿਆਦੀ ਹਰਿਆਵਲ ਦੇ ਵਿੱਚ ਹੋਏਗੀ ਉਦੋਂ ਜ਼ਿਆਦੀ ਤੰਦਰੁਸਤ ਤੇ ਵਧੀਆ ਫਸਲ ਹੋਏਗੀ। ਤੇ ਹੁਣ ਪਾਣੀ ਥੱਲੇ ਖੜਾ ਤੇ ਫਿਰ ਵੀ ਇਹ ਝੋਨਾ ਪੀਲਾ ਕਿਉਂ ਹੋ ਰਿਹਾ ਹੈ? ਕਿਉਂਕਿ ਇਹਨੂੰ ਅੰਮ੍ਰਿਤਮਈ ਜਲ ਜਿਹੜਾ ਉਹ ਨਹੀਂ ਮਿਲ ਰਿਹਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਵਾਣ ਤਨ ਪ੍ਰਭ ਸੰਗ ਮੌਲਿਆ, ਜਦੋਂ ਵਰਸ਼ਾ ਪੈਂਦੀ ਹੈ ਨਾ, ਫਿਰ ਅੰਮ੍ਰਿਤਮਈ ਜਲ ਜਦੋਂ ਬਦਲਾਂ ਤੋਂ ਵਰਸ਼ਦਾ ਹੈ ਤੇ ਫਿਰ ਸਾਰੇ ਮਸਤ ਹੋ ਜਾਂਦੇ ਨੇ, ਸਾਰਿਆਂ ਦੇ ਵਿੱਚ ਹਰਿਆਵਲ ਆ ਜਾਂਦੀ ਏ, ਇੱਕ ਨਵੀਂ ਨੁਹਾਰ ਬਣ ਜਾਂਦੀ। ਸਮਰੱਥ ਪੁਰਖ ਅਪਾਰ, ਇਸ ਦੀ ਸਮਰੱਥਾ ਹੈ ਨਾ ਜਿਹੜੀ ਇਹ ਰੱਬ ਦੇ ਕੋਲ ਹੀ ਏ। ਜੇ ਸਾਡੇ ਕੋਲੇ ਸਮਰੱਥਾ ਹੁੰਦੀ ਤੇ ਅਸੀਂ ਜਿੱਥੇ 2-2 3-3 ਮੋਟਰਾਂ ਲਾਈਆਂ ਨੇ ਉੱਥੇ ਹੋਰ 2-2 ਲਾ ਦਿੰਦੇ, ਫਿਰ ਰੱਬ ਦੇ ਮੀਂਹ ਦੀ ਸਾਨੂੰ ਲੋੜ ਹੀ ਨਹੀਂ ਸੀ ਪੈਣੀ। ਪਰ ਨਹੀਂ, ਵੇਖ ਲਓ ਤੁਸੀਂ ਵੀ ਜ਼ਿਮੀਂਦਾਰ ਹੋ ਤੇ ਤੁਸੀਂ ਵੀ ਨੋਟ ਕੀਤਾ ਹੋਣਾ ਵੀ ਜਦੋਂ ਤੱਕ ਮੀਂਹ ਨਹੀਂ ਪੈਂਦਾ ਉਦੋਂ ਤੱਕ ਫਸਲ ਦੀ ਜਿਹੜੀ ਰੰਗਤ ਹੈ ਉਹ ਨਹੀਂ ਬਣਦੀ। ਹੁਣ ਇਹੀ ਗੱਲ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਦੱਸਦੇ ਨੇ। ਸਮਰੱਥ ਪੁਰਖ ਅਪਾਰ, ਇਹ ਸਮਰੱਥਾ ਹੈ ਜਿਹੜੀ ਇਹ ਪਰਮਾਤਮਾ ਦੇ ਵਿੱਚ ਜੋ ਪਾਰਾਵਾਰ ਤੋਂ ਰਹਿਤ ਤੇ ਜੋ ਪਰਿਪੂਰਨ ਨੇ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ, ਇਹ ਉਹੀ ਕਰ ਸਕਦਾ ਹੈ। ਤੇ ਜਦੋਂ ਉਹ ਕਰਨ ਤੇ ਆਉਂਦਾ ਤੇ ਫਿਰ ਬੜੀ ਸੋਹਣੀ ਮੀਂਹ ਵਰਸ਼ਾ ਰੁੱਤ ਹੁੰਦੀ ਏ ਤੇ ਸਾਰੇ ਪਾਸੇ ਹਰਿਆਵਲ ਹੋ ਜਾਂਦੀ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਰਹਿਮਤ ਕਿਰਪਾ ਜਦੋਂ ਕਿਸੇ ਦਾਸਰੇ ਤੇ ਹੁੰਦੀ ਏ, ਉਸ ਦੇ ਅੰਦਰ ਵੀ ਸੱਚੇ ਸਤਿਗੁਰ ਦੀ ਬੂੰਦ ਦੇ ਨਾਲ
ਇੱਕ ਨਵੀਂ ਨੁਹਾਰ ਹੋ ਜਾਂਦੀ ਹੈ ਜੀ। ਹਰ ਮਿਲਨੈ ਨੂੰ ਮਨ ਲੋਚਦਾ, ਕਰਮ ਮਿਲਾਵਨ ਹਾਰ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਗਿਆਸੂ ਦਾ ਜਦੋਂ ਹਰੀ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਨੂੰ ਮਨ ਕਰਦਾ ਨਾ, ਲੋਚਦਾ ਅਰਥ ਹੁੰਦਾ ਹੈ ਮਨ ਦੇ ਵਿੱਚ ਉਮੰਗ ਦਾ ਪੈਦਾ ਹੋਣਾ, ਮਨ ਦੇ ਵਿੱਚ ਚਾਹ ਹੋ ਜਾਣੀ ਵੀ ਸਾਨੂੰ ਵੀ ਪਰਮਾਤਮਾ ਮਿਲ ਜਾਵੇ। ਹਰ ਮਿਲਣੇ ਨੂੰ ਮਨ ਲੋਚਦਾ, ਜਦੋਂ ਮਨ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਏ। ਕਰਮ ਮਿਲਾਵਨ ਹਾਰ, ਤੇ ਫਿਰ ਜਿਹੜੇ ਕਰਮ ਨੇ ਨਾ ਉਹ ਇਸ ਦੇ ਵਿੱਚ ਸਹਾਈ ਹੁੰਦੇ ਨੇ। ਮਿਲਾਉਣ ਵਾਲੇ ਜਿਹੜੇ ਨੇ ਉਹ ਉਸ ਦੀ ਬਖਸ਼ਿਸ਼ ਹੈ, ਉਸ ਦੀ ਰਹਿਮਤ। ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਪੰਜ ਖੰਡ ਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਜੋ ਦਰਜ ਕੀਤੇ ਨੇ ਨਾ, ਉਹਨਾਂ ਵਿੱਚ ਵੀ ਜੋ ਕਰਮ ਖੰਡ ਆਉਂਦਾ ਨਾ, ਉਸ ਦਾ ਅਰਥ ਵੀ ਬਖਸ਼। ਇਹ ਅਰਬੀ ਦਾ ਸ਼ਬਦ ਹੈ, ਤੇ ਜਦੋਂ ਇਹ ਹਿੰਦੀ ਪੰਜਾਬੀ 'ਚ ਆਉਂਦਾ ਫਿਰ ਇਹ ਕਰਮ ਜੋ ਅਸੀਂ ਕਿਰਿਆ ਕਰਕੇ ਪ੍ਰਾਪਤ ਕਰਦੇ ਹਾਂ ਉਹ ਕਰਮ ਬਣਦਾ ਹੈ। ਇੱਥੇ ਬਖਸ਼ਿਸ਼ ਵਾਲਾ ਕਰਮ ਹੈ। ਹੁਣ ਮੀਂਹ ਹੈ ਜਿਹੜਾ, ਇਹਨੂੰ ਅਸੀਂ ਧੱਕੇ ਨਾਲ ਨਹੀਂ ਪਵਾ ਸਕਦੇ ਆ। ਕਈ ਵਾਰੀ ਮੀਂਹ ਨਹੀਂ ਪੈਂਦਾ ਤੇ ਅਸੀਂ ਯਤਨ ਕਰਦੇ ਹਾਂ ਵੀ ਮੀਂਹ ਪੈ ਜਾਵੇ, ਫਿਰ ਉਸ ਦੇ ਲਈ ਅਸੀਂ ਜੱਗ ਵੀ ਕਰਦੇ ਹਾਂ, ਅਰਦਾਸਾਂ ਬੇਨਤੀਆਂ ਵੀ ਕਰਦੇ ਹਾਂ। ਪਰ ਜਦੋਂ ਉਹਦੀ ਮੌਜ ਹੁੰਦੀ, ਉਹਦੀ ਰਹਿਮਤ ਹੁੰਦੀ ਹੈ, ਵਰਸ਼ਾ ਉਦੋਂ ਹੀ ਹੁੰਦੀ ਹੈ। ਜਦੋਂ ਉਹਨੇ ਬਖਸ਼ਿਸ਼ ਕਰਨੀ ਹੈ, ਬਖਸ਼ਿਸ਼ ਉਦੋਂ ਹੀ ਹੋਣੀ ਹੈ। ਹਰ ਮਿਲਣੇ ਨੂੰ ਮਨ ਲੋਚਦਾ, ਜਦੋਂ ਹਰੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਮਨ ਦੇ ਵਿੱਚ ਤਾਂਘ ਬਣ ਜਾਂਦੀ ਹੈ। ਕਰਮ ਮਿਲਾਵਣ ਹਾਰ, ਤੇ ਉਦੋਂ ਦੀ ਜਿਹੜੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ, ਉਹਦੀ ਕਿਰਪਾ ਹੈ, ਉਹ ਉਸ ਪਰਮਾਤਮਾ ਨੂੰ ਮਿਲਾਉਣ ਦੇ ਲਈ ਯੋਗ ਹੈ ਜੀ। ਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਨੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਅਸੀਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈਏ, ਅਸੀਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਹੁਣ ਇਹ ਤਿੰਨ ਤੁਕਾਂ ਨੇ, ਇਹਨਾਂ ਤਿੰਨਾਂ ਤੁਕਾਂ ਨੂੰ ਆਪਾਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਾਂਗੇ। ਵਾਣ ਤਿੰਨ ਪ੍ਰਭ ਸੰਗ ਮੋਲਿਆ, ਸਮਰੱਥ ਪੁਰਖ ਅਪਾਰ। ਅਸੀਂ ਕਿਤਨਾ ਵੀ ਫਸਲ ਨੂੰ ਪਾਣੀ ਲਾਉਂਦੇ ਰਹੀਏ, ਪਰ ਉਸ ਦੇ ਵਿੱਚ ਨਵੀਂ ਨੁਹਾਰ ਹੈ ਜਿਹੜੀ ਉਹ ਨਹੀਂ ਬਣਦੀ। ਉਹ ਪੀੜੀ ਦੀ ਪੀੜੀ ਗਰਮੀ ਦੇ ਨਾਲ ਉਸੇ ਤਰ੍ਹਾਂ ਖੜੀ ਰਹਿੰਦੀ ਹੈ। ਹੁਣ ਜਿਹੜਾ ਜਗਿਆਸੂ ਹੈ, ਇਹ ਪਰਮਾਤਮਾ ਨੂੰ ਮਿਲਣ ਦੇ ਲਈ ਆਪ ਦੁਆਰਾ ਬੜੇ ਯਤਨ ਕਰਦਾ ਹੈ। ਇੱਥੋਂ ਤੱਕ ਕਿ ਯਤਨ ਕਰਦਾ ਕਰਦਾ ਇਹਦੇ ਅੰਦਰ ਵੀ ਪੀਲਾਪਣ ਆ ਜਾਂਦਾ ਹੈ, ਥਕੇਵਾਂ ਜਿਹੜਾ ਉਹ ਬਣ ਜਾਂਦਾ ਹੈ। ਹਰ ਮਿਲਣੇ ਨੂੰ ਮਨ ਲੋਚਦਾ, ਕਿਉਂਕਿ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਮਨ ਸੀ ਜਿਹੜਾ, ਉਹ ਮਨ ਦੇ ਵਿੱਚ ਤਾਂਘ ਬਣੀ ਹੋਈ ਸੀ। ਕਰਮ ਮਿਲਾਵਣ ਹਾਰ, ਜਦੋਂ ਉਹਦੀ ਬਖਸ਼ਿਸ਼ ਹੋਈ ਤੇ ਉਦੋਂ ਉਸ ਪ੍ਰਭੂ ਪਰਮਾਤਮਾ ਨੇ ਸਾਨੂੰ ਮਿਲਾ ਲਿਆ। ਉਸੇ ਤਰ੍ਹਾਂ ਜਿਨੀ ਸਖੀਏ ਪ੍ਰਭ ਪਾਇਆ, ਜਦੋਂ ਵਾਹਿਗੁਰੂ ਦੀ ਕਿਰਪਾ ਰਹਿਮਤ ਹੁੰਦੀ ਹੈ, ਵਰਸ਼ਾ ਹੋ ਜਾਂਦੀ ਹੈ, ਚਾਰੇ ਪਾਸੇ ਹਰਿਆਵਲ ਬਣ ਜਾਂਦੀ ਹੈ। ਇਹ ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਉਹਦੀ ਰਹਿਮਤ ਮਿਹਰ ਕਿਰਪਾ ਦੇ ਨਾਲ ਇਹ ਹੁੰਦਾ ਹੈ। ਤੇ ਫਿਰ ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਵਾਹਿਗੁਰੂ ਨੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਹੈ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੋ ਤਿਨ ਕੇ ਸਦ ਬਲਿਹਾਰੇ, ਅਸੀਂ ਉਹਨਾਂ ਤੋਂ ਸਦਾ ਵਾਰਨੇ ਬਲਿਹਾਰਨੇ ਜਾਂਦੇ ਹਾਂ। ਕਿਉਂਕਿ ਉਹ ਇਸ ਸੰਸਾਰ ਦੇ ਵਿੱਚੋਂ, ਇਸ ਸਮਾਜ ਦੇ ਵਿੱਚੋਂ, ਇਸ ਦੁਨੀਆ ਦੇ ਵਿੱਚੋਂ ਵਖਰੇਵੇਂ ਵਾਲੇ ਹੋ ਗਏ ਨੇ, ਉੱਤਮ ਪਦਵੀ ਵਾਲੇ, ਉੱਤਮ ਪਦਵੀ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ। ਉਹਨਾਂ ਦੀ ਕੀਤੀ ਹੋਈ ਸੇਵਾ ਸਿਮਰਨ ਹੈ ਜਿਹੜਾ ਗੁਰੂ ਨੇ ਸਫਲ ਕਰ ਦਿੱਤਾ ਹੈ। ਇਸ ਕਰਕੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਇਹਨਾਂ ਗੁਰਮੁਖ ਪਿਆਰਿਆਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੇ ਮੇਰੇ ਪ੍ਰਭੂ ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰ। ਮਇਆ ਦਾ ਅਰਥ ਹੈ ਕਿਰਪਾ ਕਰਨਾ। ਇਹ ਦੋ ਸ਼ਬਦ ਆਉਂਦੇ ਨੇ, ਇੱਕ ਮਾਇਆ ਆਉਂਦਾ ਹੈ, ਉੱਥੇ ਮੰਮੇ ਨੂੰ ਕੰਨਾ ਹੈ, ਬਾਕੀ ਅੱਖਰ ਸਾਰੇ ਇਹੀ ਨੇ। ਇੱਕ ਮਾਇਆ ਹੁੰਦਾ, ਇੱਥੇ ਮੰਮੇ ਨੂੰ ਕੰਨਾ ਨਹੀਂ। ਮਾਇਆ ਦਾ ਅਰਥ ਹੈ ਮਾਇਆ ਜਿਸ ਨੇ ਸੰਸਾਰ ਦੀ ਰਚਨਾ ਕੀਤੀ ਹੈ, ਤੇ ਮਾਇਆ ਦਾ ਅਰਥ ਹੈ ਕਿਰਪਾ। ਨਾਨਕ ਹਰਿ ਜੀ ਮਇਆ ਕਰ, ਹੇ ਮੇਰੇ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰ ਦੇ। ਸ਼ਬਦ ਸਵਾਰਨਹਾਰ, ਤੇ ਨਾਲ ਹੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਸਾਨੂੰ ਦੱਸ ਦਿੱਤਾ ਵੀ ਜੇ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਨਾ ਹੈ, ਤੇ ਫਿਰ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ, ਇਹ ਸਾਡਾ ਜੀਵਨ ਨੂੰ ਸਵਾਰਨ ਵਾਲਾ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਸ਼ਬਦ ਦੀ ਦਾਤ ਬਖਸ਼ੀ ਹੈ, ਸ਼ਬਦ ਗੁਰੂ ਦੇ ਲੜ ਲਾਇਆ ਹੈ, ਸ਼ਬਦ ਗੁਰੂ ਦੇ ਚਰਨਾਂ ਦੇ ਨਾਲ ਸਾਨੂੰ ਜੋੜਿਆ। ਅਸੀਂ ਸ਼ਬਦ ਦੀ ਕਮਾਈ ਕਰੀਏ, ਸ਼ਬਦ ਦੇ ਨਾਲ ਜੁੜੀਏ, ਤੇ ਸ਼ਬਦ ਜਿਹੜਾ
ਇਹ ਸਾਡਾ ਇਹ ਕਾਰਜ ਸਵਾਰਨ ਵਾਲਾ ਹੈ, ਸਾਡੇ ਜੀਵਨ ਨੂੰ ਸਫਲ ਕਰਨ ਵਾਲਾ ਹੈ ਜੀ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰਹਾਰ। ਅੱਗੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਵਣ ਮਹੀਨੇ ਦਾ ਦ੍ਰਿਸ਼ਟਾਂਤ ਦੇ ਕੇ ਫਿਰ ਕਿਰਪਾ ਕਰਦੇ ਨੇ। ਤਿੰਨਾਂ ਸੁਹਾਗਣੀ ਉਹ ਪ੍ਰਾਪਤੀ ਵਾਲੇ ਨੇ ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਨੇ ਆਪਣੇ ਹਿਰਦੇ ਦਾ ਹਾਰ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਬਣਾਇਆ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸੱਚੇ ਸਤਿਗੁਰ, ਸਾਵਣ ਤਿੰਨਾਂ ਸੁਹਾਗਣੀ, ਇਹ ਸਾਉਣ ਦਾ ਮਹੀਨਾ ਭਾਈ ਉਹਨਾਂ ਦੇ ਲਈ ਪ੍ਰਾਪਤੀ ਵਾਲਾ ਬਣ ਜਾਂਦਾ ਹੈ। ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਦੇ ਉੱਤੇ ਸੱਚੇ ਸਤਿਗੁਰ ਦੀ ਕਿਰਪਾ ਕੀ ਹੋਈ ਏ, ਸੱਚੇ ਸਤਿਗੁਰ ਨੇ ਕਿਰਪਾ ਕੀਤੀ ਏ, ਆਪਣੇ ਹਿਰਦੇ ਦਾ ਹਾਰ ਹੈ ਜਿਹੜਾ ਉਹ ਪ੍ਰਭੂ ਪਰਮਾਤਮਾ ਦਾ ਨਾਮ ਬਣਾਇਆ। ਹੁਣ ਹਿਰਦੇ ਦਾ ਹਾਰ ਪਰਮਾਤਮਾ ਦੇ ਨਾਮ ਨੂੰ ਕਿਵੇਂ ਬਣਾਉਣਾ ਹੈ? ਜਦੋਂ ਸਵਾਸ ਅੰਦਰ ਜਾਵੇ ਉਦੋਂ ਵੀ ਵਾਹਿਗੁਰੂ ਆਖੇ, ਜਦੋਂ ਸਵਾਸ ਬਾਹਰ ਆਵੇ ਉਦੋਂ ਵੀ ਵਾਹਿਗੁਰੂ ਆਖੇ। ਇੱਕ ਹੋਰ ਤਰੀਕਾ ਹੈ, ਜੇ ਸਵਾਸ ਅੰਦਰ ਜਾਵੇ ਤੇ ਵਹਿ ਆਖੇ, ਜੇ ਸਵਾਸ ਬਾਹਰ ਨਿਕਲੇ ਤੇ ਗੁਰੂ ਆਖੇ। ਇਸ ਤਰ੍ਹਾਂ ਸਵਾਸਾਂ ਦੇ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ, ਭਜਨ ਬੰਦਗੀ ਕਰਨ ਦੇ ਨਾਲ ਅੰਦਰ ਹਿਰਦੇ ਦਾ ਹਾਰ ਬਣ ਜਾਂਦਾ ਹੈ, ਜਿਸ ਦੇ ਨਾਲ ਹਿਰਦੇ ਦੇ ਵਿੱਚ ਪਵਿੱਤਰਤਾ ਹੀ ਹੋ ਜਾਂਦੀ ਹੈ। ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਬਖਸ਼ਿਸ਼ ਮਿਹਰ ਹੋ ਜਾਂਦੀ ਹੈ। ਸਾਉਣ ਦਾ ਮਹੀਨਾ ਭਾਈ ਸਾਰਿਆਂ ਦੇ ਲਈ ਇਹ ਸੁੱਖ ਦੇਣ ਵਾਲਾ ਹੋਵੇ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਜਿਵੇਂ ਪਿਛਲਾ ਮਹੀਨਾ ਗੁਰੂ ਮਹਾਰਾਜ ਜੀ ਨੇ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ, ਇਸੇ ਤਰ੍ਹਾਂ ਅਗਲਾ ਆਉਣ ਵਾਲਾ ਮਹੀਨਾ ਵੀ ਸਾਨੂੰ ਨਿੰਦਕਾਂ ਨੂੰ, ਦੁਸ਼ਟਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਦ ਬੁੱਧੀ ਦੀ ਦਾਤ ਬਖਸ਼ਿਸ਼ ਕਰਕੇ ਨਾਮ ਬਾਣੀ ਦੇ ਆਸਰੇ ਦੇ ਨਾਲ ਸਾਡੇ ਤੇ ਰਹਿਮਤ ਕਿਰਪਾ ਬਣਾਈ ਰੱਖਣ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਨਾਨਕ ਹਰਿ ਜੀ